ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੁਬੰਧਨਾ, ਪੁੱਤਰ ਕਲਤਰ ਸੋ ਕੰਧ। ਇਸ ਪਾਵਨ ਸ਼ਲੋਕ ਅੰਦਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਰੱਬੀ ਰਜ਼ਾ ਨੂੰ ਸਮਝਣ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ, ਨਾਮਹੀਣ ਹੋ ਕੇ, ਗਿਆਨਹੀਣ ਹੋ ਕੇ ਘਰ-ਬਾਰ ਦੀ ਵਰਤੋਂ ਕਰਨੀ ਜਾਂ ਘਰ-ਬਾਰ ਦਾ ਤਿਆਗ ਕਰ ਦੇਣਾ, ਇਹ ਦੋਵੇਂ ਹੀ ਦੁਖਦਾਈ ਕਰਮ ਬਣ ਜਾਂਦੇ ਨੇ, ਬੰਧਨ ਬਣ ਜਾਂਦੇ ਨੇ। ਤਾਂ ਮੇਨ ਜੋ ਚੀਜ਼ ਹੈ ਜ਼ਿੰਦਗੀ ਦੇ ਅੰਦਰ, ਉਹ ਹੈ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ, ਗੁਰੂ ਦੇ ਗਿਆਨ ਮੁਤਾਬਕ ਜੀਵਨ ਗੁਜ਼ਾਰਨਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਕਰਮ ਧਰਮ ਦਾ ਮਤਲਬ ਧਰਮ ਦੇ ਨਾਮ ਦੇ ਉੱਤੇ ਮਿੱਥੇ ਹੋਏ ਕਰਮ ਕਾਂਡ, ਜਿਨ੍ਹਾਂ ਦਾ ਜੀਵਨ ਵਿੱਚ ਕੋਈ ਲਾਭ ਨਹੀਂ, ਲੇਕਿਨ ਲੋਕ ਧਰਮ ਸਮਝ ਕੇ ਕਰਦੇ ਨੇ। ਜਿਵੇਂ ਵਰਤ ਨਰਾਤੇ ਨੇ, ਤੀਰਥ ਯਾਤਰਾਵਾਂ ਨੇ, ਜਪ ਤਪ ਸੰਜਮ ਨੇ, ਜਾਂ ਹੋਰ ਐਸੇ ਕਰਮ ਨੇ ਜੋ ਤਿਆਗ ਆਦਿਕ, ਇਹ ਸਾਰੇ ਕਰਮ ਜੋ ਕਰਮ ਕਾਂਡ ਨੇ, ਇਹਨਾਂ ਦੀ ਗੱਲ ਕਰ ਰਹੇ ਨੇ ਕਿ ਇਹ ਸਾਰੇ ਹੀ ਬੰਦੇ ਵਾਸਤੇ ਬੰਧਨ ਬਣ ਜਾਂਦੇ। ਇਹਨਾਂ ਰਾਹੀਂ ਬੰਦੇ ਦੀ ਵਿਕਾਰਾਂ ਤੋਂ ਖੁਲਾਸੀ ਨਹੀਂ ਹੁੰਦੀ, ਇਹਨਾਂ ਰਾਹੀਂ ਬੰਦਾ ਦੁੱਖਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ, ਸਗੋਂ ਇਹਦੇ ਵਾਸਤੇ ਹੋਰ ਬੰਧਨ ਬਣ ਜਾਂਦੇ ਨੇ। ਔਰ ਉਹ ਬੰਧਨ ਕਿਉਂ ਨੇ? ਕਿਉਂਕਿ ਪਾਪ ਪੁੰਨ ਸੰਬੰਧ, ਇਹਨਾਂ ਸਾਰੇ ਕਰਮਾਂ ਦਾ ਸੰਬੰਧ ਜਿਹੜਾ ਹੈ ਪੁੰਨ ਔਰ ਪਾਪ ਦੇ ਨਾਲ ਹੈ। ਪੁੰਨ ਔਰ ਪਾਪ ਸਮਝ ਕੇ ਇਹ ਕਰਮ ਕੀਤੇ ਜਾਂਦੇ ਨੇ ਕਿ ਇਹ ਕਰਮ ਪਾਪ ਹੈ, ਇਹ ਕਰਮ ਪੁੰਨ ਹੈ। ਪੁੰਨ ਹੋ ਗਿਆ ਤਾਂ ਸਾਨੂੰ ਲਾਭ ਮਿਲ ਜਾਏਗਾ, ਪਾਪ ਹੋ ਗਿਆ ਤਾਂ ਹੁਣ ਇਹ ਪਾਪ ਲਾਉਣ ਵਾਸਤੇ ਇਹ ਕਰਮ ਕਰ ਲਓ। ਬੰਦਾ ਇਸੇ ਜੰਜਾਲ ਦੇ ਅੰਦਰ ਪਿਆ ਰਹਿੰਦਾ ਹੈ। ਮਿਸਾਲ ਵਜੋਂ, ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਨੇ ਪਾਪ ਕਰ ਲਏ, ਮਾੜਾ ਕਰਮ ਕਰ ਲਿਆ, ਆਪ ਹੀ ਸੋਚ ਲਿਆ ਕਿ ਮੇਰੇ ਤੋਂ ਮਾੜਾ ਹੋਇਆ ਹੈ, ਤੇ ਫਿਰ ਆਪ ਹੀ ਸੋਚ ਲਿਆ ਕਿ ਕਿਸੇ ਤੀਰਥ ਵਿੱਚ ਇਸ਼ਨਾਨ ਕਰਨ ਦੇ ਨਾਲ ਮੇਰੇ ਪਾਪ ਲੈ ਜਾਣਗੇ, ਤੇ ਜਾ ਕੇ ਤੀਰਥ ਵਿੱਚ ਨਹਾ ਲਿਆ, ਔਰ ਤੀਰਥ ਵਿੱਚ ਨਹਾ ਕੇ ਫਿਰ ਆਪ ਹੀ ਸਮਝ ਲਿਆ ਕਿ ਮੇਰੇ ਪਾਪ ਲੈ ਗਏ ਨੇ, ਤੇ ਫਿਰ ਵੈਸੀ ਹੀ ਜ਼ਿੰਦਗੀ ਜੀਣੀ ਸ਼ੁਰੂ ਕਰਤੀ। ਤਾਂ ਇਹਦਾ ਸੰਬੰਧ ਹੋ ਗਿਆ ਨਾ ਪੁੰਨ ਔਰ ਪਾਪ ਦੇ ਨਾਲ। ਤੀਰਥ ਯਾਤਰਾ ਦਾ, ਤੀਰਥ ਇਸ਼ਨਾਨ ਦਾ ਸੰਬੰਧ ਜੁੜ ਗਿਆ ਪੁੰਨ ਪਾਪ ਨਾਲ। ਪਾਵਨ ਬਾਣੀ ਵਿੱਚ ਗੁਰੂ ਜੀ ਬਚਨ ਕਰਦੇ ਨੇ, ਪਾਪ ਕਰਹਿ ਪੰਚਾਂ ਕੇ ਬਸ ਰੇ, ਤੀਰਥ ਨਾਏ ਕਹਿ ਸਭ ਉਤਰੇ, ਬਹੁਰ ਕਮਾਵੇਂ ਹੋਏ ਨਿਸੰਕ, ਜਮਪੁਰ ਬਾਂਧ ਖਰੇ ਕਾਲੰਕ। ਤਾਂ ਇਸ ਤਰ੍ਹਾਂ ਜਿੰਨੇ ਵੀ ਮਿੱਥੇ ਹੋਏ ਕਰਮ ਧਰਮ ਨੇ, ਇਹਨਾਂ ਸਾਰਿਆਂ ਦਾ ਸੰਬੰਧ ਪੁੰਨ ਪਾਪ ਦੇ ਨਾਲ ਹੈ, ਔਰ ਇਹ ਸਾਰੇ ਹੀ ਜੀਵ ਵਾਸਤੇ ਬੰਧਨ ਦਾ ਮੂਲ ਨੇ। ਇਹਦੀ ਮਾਨਸਿਕ ਵਿਕਾਸ ਜਿਹੜਾ ਹੈ ਨਹੀਂ ਹੁੰਦਾ, ਆਤਮਿਕ ਜੀਵਨ ਇਹਨਾਂ ਕਰਮਾਂ ਰਾਹੀਂ ਨਹੀਂ ਮਿਲਦਾ। ਮਮਤਾ ਮੋਹ ਸੁਬੰਧਨਾ, ਪੁੱਤਰ ਕਲਤਰ ਸੋ ਧੰਧ। ਧੰਧ ਦਾ ਮਤਲਬ ਧੰਦਾ, ਝੰਬੇਲਾ। ਕਲਤਰ ਦਾ ਮਤਲਬ ਇਸਤਰੀ। ਮਮਤਾ ਮੋਹ, ਮਮਤਾ ਔਰ ਮੋਹ, ਮਮਤਾ ਦਾ ਮਤਲਬ ਆਪਣਤ, ਬੰਧਨਾ ਦਾ ਮਤਲਬ ਇਹ ਵੀ ਜੀਵ ਵਾਸਤੇ ਫਾਈਆਂ ਹੀ ਨੇ। ਸੈਲਫਿਸ਼ਨੈਸ ਹੈ, ਸਵਾਰਥ ਹੈ, ਮਮਤਾ ਹੈ, ਇਹ ਬੰਦੇ ਵਾਸਤੇ ਫਾਈਆਂ ਨੇ, ਔਰ ਬੰਦਾ ਇਹਨਾਂ ਕਰਕੇ ਜਕੜਿਆ ਰਹਿੰਦਾ ਹੈ। ਆਤਮਿਕ ਜੀਵਨ ਪ੍ਰਫੁੱਲਤ ਨਹੀਂ ਹੁੰਦਾ। ਕਿਵੇਂ ਹੈ ਮਮਤਾ? ਪਕੜ ਹੈ ਨਾ, ਪਕੜ, ਤੇ ਉਸ ਪਕੜ ਕਰਕੇ ਬੰਧਨ ਸਾਰੇ ਸਾਡੀ ਪਕੜ ਕਰਕੇ ਨੇ। ਕਿਵੇਂ ਨੇ? ਦੋ ਮਿਸਾਲਾਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਦਿੱਤੀਆਂ ਨੇ, ਇੱਕ ਬਾਂਦਰ ਦੀ ਔਰ ਇੱਕ ਤੋਤੇ ਦੀ। ਜਿਵੇਂ ਗੁਰੂ ਜੀ ਦਾ ਪਾਵਨ ਬਚਨ ਹੈ, ਜਿਉ ਨਲਨੀ ਸੂਟਾ ਗਹਿਓ ਮਨ ਬਉਰਾਰੇ, ਮਾਇਆ ਇਹ ਵਿਵਹਾਰ। ਨਲਨੀ ਕਹਿੰਦੇ ਨੇ ਤੋਤੇ ਨੂੰ ਫੜਨ ਵਾਲਾ ਇੱਕ ਯੰਤਰ। ਦੋ ਡੰਡੀਆਂ ਇਸ ਤਰ੍ਹਾਂ ਲੈ ਕੇ, ਇੱਕ ਨਲਕੀ ਦੇ ਵਿੱਚ ਰੱਸੀ ਪਾ ਕੇ ਉਹਨਾਂ ਡੰਡੀਆਂ ਦੇ ਨਾਲ ਇਸ ਤਰ੍ਹਾਂ ਰੱਸੀ ਬੰਨ੍ਹ ਦਿੱਤੀ, ਉੱਤੇ ਵਿੱਚ ਨਲਕੀ ਪਾਈ ਹੈ, ਥੱਲੇ ਪਾਣੀ ਦਾ ਤਸਲਾ ਭਰ ਕੇ ਧਰਿਆ, ਚਾਰ ਚੁਫੇਰੇ ਦਾਣੇ ਖਿਲਾਰੇ ਨੇ। ਤੋਤਾ ਆਉਂਦਾ ਹੈ, ਉਸ ਨਲਕੀ ਦੇ ਉੱਤੇ, ਨਲਨੀ ਦੇ ਉੱਤੇ ਬਹਿ ਜਾਂਦਾ ਹੈ, ਤੇ ਜਦੋਂ ਉਸ ਨਲਕੀ ਦੇ ਉੱਤੇ ਪੈਰ ਰੱਖ ਕੇ ਐਦਾਂ ਬਹਿੰਦਾ ਹੈ, ਭਾਰ ਦੇ ਨਾਲ ਉਹ ਨਲਕੀ ਘੁੰਮ ਜਾਂਦੀ, ਤੋਤਾ ਥੱਲੇ ਨੂੰ ਲਟਕ ਜਾਂਦਾ ਪੁੱਠਾ। ਹੁਣ ਤੋਤਾ ਥੱਲੇ ਦੇਖਦਾ ਹੈ ਤੇ ਸੋਚਦਾ ਹੈ, ਜੇ ਮੈਂ ਨਲਕੀ ਨਾਲੋਂ ਪੈਰ ਛੱਡੇ ਤੇ ਮੈਂ ਥੱਲੇ ਪਾਣੀ ਵਿੱਚ ਡੁੱਬ ਕੇ ਮਰਾਂਗਾ। ਹਾਲਾਂਕਿ ਉਹਦਾ ਭੁਲੇਖਾ ਹੈ, ਜੇ ਖੰਭਾਂ ਨੂੰ ਹਿਲਾਏ ਤੇ ਉਹ ਉੱਡ ਸਕਦਾ ਹੈ,
ਪਰ ਭਰਮ ਵਿੱਚ ਪੈ ਕੇ ਉਹ ਨਲਕੀ ਨੂੰ ਨਹੀਂ ਛੱਡਦਾ। ਤੇ ਕੋਈ ਬੰਦਾ ਆਣ ਕੇ ਫਿਰ ਨਲਨੀ ਲਾਉਣ ਵਾਲਾ ਉਹਨੂੰ ਫੜ ਲੈਂਦਾ ਹੈ ਤੇ ਤੋਤਾ ਸਾਰੀ ਜ਼ਿੰਦਗੀ ਫਿਰ ਪਿੰਜਰੇ ਦੇ ਅੰਦਰ ਗੁਜ਼ਾਰਦਾ, ਬੰਧਨ ਦੇ ਵਿੱਚ ਪੈ ਗਿਆ। ਹੁਣ ਉਹ ਬੰਧਨ ਵਿੱਚ ਕਿਉਂ ਪਿਆ, ਪਿੰਜਰੇ ਵਿੱਚ ਕਿਉਂ ਪਿਆ? ਕਿ ਪਕੜ, ਜੇ ਉਹ ਨਲਨੀ ਨੂੰ ਛੱਡ ਦਿੰਦਾ ਤੇ ਉੱਡ ਸਕਦਾ ਸੀ। ਇਸੇ ਤਰ੍ਹਾਂ ਬਾਂਦਰ ਫੜਨ ਵਾਸਤੇ ਲੋਕ ਇਹ ਯਤਨ ਵਰਤਦੇ ਦੇ ਰਹੇ ਨੇ ਤਰੀਕਾ, ਇੱਕ ਸੌੜੇ ਮੂੰਹ ਵਾਲਾ ਬਰਤਨ ਲੈ ਕੇ ਜ਼ਮੀਨ ਵਿੱਚ ਦੱਬ ਦੇਣਾ, ਉਹਦੇ ਵਿੱਚ ਦਾਣੇ ਪਾ ਦਿੱਤੇ ਨੇ, ਬਾਂਦਰ ਉਹਦੇ ਵਿੱਚ ਹੱਥ ਏਦਾਂ ਪਾ ਲੈਂਦਾ ਹੈ, ਮੁੱਠ ਬੰਦ ਕਰ ਲੈਂਦਾ ਹੈ, ਜਦੋਂ ਬਾਹਰ ਕੱਢਦਾ ਹੈ ਤੇ ਇਹ ਹੱਥ ਫਸ ਜਾਂਦਾ ਤੇ ਬਾਂਦਰ ਸਮਝਦਾ ਮੇਰਾ ਹੱਥ ਫੜ ਗਿਆ, ਉਹ ਖਿੱਚਣ ਦਾ ਟਰਾਈ ਕਰਦਾ, ਹੱਥ ਨਿਕਲਦਾ ਨਹੀਂ। ਜੇ ਹੁਣ ਇਹ ਦਾਣੇ ਛੱਡਦਾ ਤੇ ਹੱਥ ਇਸ ਤਰ੍ਹਾਂ ਆਰਾਮ ਨਾਲ ਬਾਹਰ ਆ ਸਕਦਾ, ਪਰ ਉਹ ਮੁੱਠ ਛੱਡਦਾ ਨਹੀਂ। ਕਲੰਦਰ ਆਣ ਕੇ ਗਲ 'ਚ ਰੱਸੀ ਪਾ ਲੈਂਦਾ ਹੈ ਔਰ ਬਾਂਦਰ ਸਾਰੀ ਜ਼ਿੰਦਗੀ ਫਿਰ ਕੈਦ ਵਿੱਚ ਗੁਜ਼ਾਰਦਾ ਹੈ, ਮਾਰ ਖਾ ਖਾ ਕੇ ਨੱਚਣਾ ਸਿੱਖਦਾ ਹੈ ਤੇ ਘਰ ਘਰ ਦੇ ਅੱਗੇ ਨੱਚਦਾ ਹੈ। ਬੰਧਨ ਹੋ ਗਿਆ ਨਾ। ਇਸੇ ਤਰ੍ਹਾਂ ਜਿੰਨੇ ਵਿਕਾਰ ਨੇ, ਇਹ ਸਾਡੀ ਮਮਤਾ, ਇਹ ਜੋ ਪਕੜ ਹੈ, ਆਪਣਤ ਹੈ, ਇਹ ਬੰਦੇ ਨੂੰ ਕੈਦ ਵਿੱਚ ਪਵਾਉਂਦੀ ਹੈ। ਹਾਲਾਤ ਸਾਡੀ ਵੀ ਇਹ ਹੈ। ਗੱਲ ਬਾਂਦਰ ਔਰ ਤੋਤੇ ਦੀ ਨਹੀਂ, ਇਹ ਪੂਰੀ ਦੁਨੀਆ ਦੀ ਕਹਾਣੀ ਹੈ। ਹੁਣ ਅਸੀਂ ਕਹਿੰਦੇ ਆ ਮੈਨੂੰ ਗੁੱਸਾ ਆ ਜਾਂਦਾ ਹੈ, ਕਾਮ ਕ੍ਰੋਧ ਨੇ ਸਾਨੂੰ ਖਰਾਬ ਕੀਤਾ ਹੋਇਆ। ਅਸਲ 'ਚ ਨਾ ਸਾਡਾ ਭੁਲੇਖਾ ਹੈ, ਕਾਮ ਕ੍ਰੋਧ ਨੇ ਸਾਨੂੰ ਨਹੀਂ ਫੜਿਆ ਹੋਇਆ, ਕਾਮ ਕ੍ਰੋਧ ਨੂੰ ਅਸੀਂ ਫੜਿਆ ਬੈਠੇ। ਅਸੀਂ ਫੜੇ ਹੋਏ ਛੁੱਟ ਸਕਦੇ ਹਾਂ। ਜੇ ਤੋਤਾ ਖੰਭ ਹਿਲਾਏ ਤੇ ਉੱਡ ਸਕਦਾ ਹੈ, ਜੇ ਬਾਂਦਰ ਉਹਨਾਂ ਦਾਣਿਆਂ ਨੂੰ ਛੱਡ ਦਿੰਦਾ ਤੇ ਉਹਨੇ ਆਜ਼ਾਦ ਹੋ ਜਾਣਾ ਸੀ। ਅਸੀਂ ਕਾਮ ਕ੍ਰੋਧ ਨੂੰ ਛੱਡਣਾ ਚਾਹੀਏ ਤਾਂ ਛੱਡ ਸਕਦੇ ਹਾਂ, ਅਸੀਂ ਖੁਦ ਫੜੀ ਬੈਠੇ ਹਾਂ। ਇਸ ਕਰਕੇ ਸਾਡਾ ਜੀਵਨ ਬੰਧਨ ਦੇ ਵਿੱਚ ਹੈ। ਉਹ ਆਮ ਤੁਸੀਂ ਕਹਾਣੀ ਸੁਣੀ ਹੈ ਨਾ, ਕੋਈ ਬੱਚਾ ਘਰੋਂ ਲੜ ਕੇ ਤੁਰ ਗਿਆ ਮਾਂ ਪਿਓ ਨਾਲ ਵੀ ਮੈਂ ਘਰ ਵੜਨਾ ਨਹੀਂ, ਤੇ ਘਰਦਿਆਂ ਨੂੰ ਪਤਾ ਹੁੰਦਾ, ਉਹਨੂੰ ਮਨਾਉਣ ਗਏ ਨਹੀਂ, ਚਲ ਆਪੇ ਆ ਜਾਏਗਾ, ਕੀ ਲੋੜ ਹੈ। ਹੁਣ ਬੱਚਾ ਸ਼ਾਮ ਤੱਕ ਬਾਹਰ ਰਿਹਾ ਤੇ ਵੇਖੇ ਘੜੀ ਮਗਰੋਂ ਕਿ ਕੋਈ ਮਨਾਉਣ ਆਵੇ, ਮੰਮੀ ਆ ਜਾਏ, ਪਾਪਾ ਆ ਜਾਏ, ਕੋਈ ਆ ਜਾਏ, ਮਾੜਾ ਜਿਹਾ ਆਖੇ ਤੇ ਮੈਂ ਘਰ ਜਾਵਾਂ। ਹੁਣ ਜਾਣ ਤੇ ਜੀ ਕਰੇ ਘਰ, ਘਰੋਂ ਕੋਈ ਮਨਾਉਣ ਨਹੀਂ ਆਇਆ ਤੇ ਸ਼ਾਮ ਨੂੰ ਉਹਨਾਂ ਦਾ ਨੌਕਰ ਨਾ ਮੱਝਾਂ ਚਰਾ ਕੇ ਲਿਆ ਰਿਹਾ ਸੀ ਵਾਪਸ ਘਰ ਨੂੰ, ਤੇ ਉਹਨੇ ਵੇਖਿਆ ਵੀ ਨੌਕਰ ਮੱਝਾਂ ਲੈ ਕੇ ਜਾ ਰਿਹਾ, ਤੇ ਉਹ ਬੱਚੇ ਨੇ ਫਿਰ ਨਾ ਕੱਟੇ ਦੀ ਪੂਛ ਫੜ ਲਈ ਤੇ ਕੱਟੇ ਦੀ ਪੂਛ ਫੜ ਕੇ ਤੇ ਘਰ ਚਲਾ ਗਿਆ। ਤੇ ਕਹਿੰਦੇ ਆ ਗਿਆ, ਕਹਿੰਦਾ ਮੈਂ ਤੇ ਨਹੀਂ ਸੀ ਆਉਂਦਾ, ਮੈਨੂੰ ਤੇ ਕੱਟਾ ਧੱਕੇ ਨਾਲ ਲੈ ਆਇਆ, ਮੈਂ ਨਹੀਂ ਸੀ ਆਉਂਦਾ, ਮੈਨੂੰ ਤੇ ਕੱਟਾ ਲੈ ਕੇ ਆਇਆ ਧੱਕੇ ਨਾਲ। ਇਹੀ ਹਾਲਾਤ ਸਾਡੀ ਹੈ। ਜਿਵੇਂ ਕੱਟੇ ਦੀ ਪੂਛ ਫੜੀ ਹੈ, ਉਵੇਂ ਅਸੀਂ ਵੀ ਪੂਛ ਫੜੀ ਹੋਈ ਹੈ। ਜਿਵੇਂ ਤੋਤਾ ਫੜ ਕੇ ਬੈਠਾ ਹੈ, ਉਹਨੂੰ ਅਸੀਂ ਫਸੇ ਹੋਏ ਹਾਂ। ਤਾਂ ਇਸ ਆਪਣਤ ਜਿਹੜੀ ਹੈ, ਇਹ ਮੋਹ ਜਿਹੜਾ ਸਵਾਰਥ ਹੈ, ਬੰਧਨ ਨੇ ਔਰ ਬੰਦੇ ਦੇ ਆਤਮਿਕ ਵਿਕਾਸ ਦੇ ਅੰਦਰ ਬਹੁਤ ਵੱਡਾ ਰੋੜਾ ਨੇ। ਪੁੱਤਰ ਕਲਤਰ ਸੋ ਧੰਦ, ਧੰਦ ਦਾ ਮਤਲਬ ਝਮੇਲੇ, ਬੰਧਨ। ਪੁੱਤਰ ਦਾ ਮਤਲਬ ਔਲਾਦ, ਧੀਆਂ ਪੁੱਤਰ, ਤੇ ਕਲਤਰ ਦਾ ਮਤਲਬ ਪਤਨੀ, ਯਾਨੀ ਪਤੀ ਪਤਨੀ ਔਰ ਧੀਆਂ ਪੁੱਤਰ, ਇਹ ਵੀ ਇੱਕ ਝਮੇਲਾ ਨੇ। ਹੁਣ ਝਮੇਲਾ ਕਿਉਂ ਨੇ? ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਇਹਨਾਂ ਰਿਸ਼ਤਿਆਂ ਨੂੰ ਨਿੰਦਦੇ ਨੇ ਜਾਂ ਭੰਡਦੇ ਨੇ, ਐਸਾ ਨਹੀਂ ਹੈ। ਗੁਰੂ ਜੀ ਤਾਂ ਸਾਨੂੰ ਕਹਿੰਦੇ ਨੇ ਸਭਨਾ ਕੋ ਸੰਬੰਧ ਹਰ ਕਰ ਦੀਏ, ਵੀ ਇਹ ਜਿਹੜੇ ਮਾਂ-ਬਾਪ ਰਿਸ਼ਤੇ ਆਦਿਕ ਨੇ, ਇਹ ਰੱਬ ਨੇ ਦਿੱਤੇ ਨੇ ਸਾਨੂੰ, ਰਿਸ਼ਤੇ ਮਹਾਨ ਨੇ। ਪਰ ਇਹ ਬੰਧਨ ਕਦੋਂ ਨੇ? ਜਦੋਂ ਬੰਦਾ ਸੱਚ ਨਾਲੋਂ ਟੁੱਟ ਜਾਂਦਾ ਨਾ, ਜਦੋਂ ਅੰਦਰ ਆਪਣਤ ਆ ਜਾਏ, ਸਵਾਰਥ ਆ ਜਾਏ, ਵਿਕਾਰ ਆ ਜਾਣ, ਤਾਂ ਇਹ ਜਿਹੜੇ ਰਿਸ਼ਤੇ ਨੇ ਇਹ ਵੀ ਇੱਕ ਬੰਧਨ ਹੀ ਬਣ ਕੇ ਰਹਿ ਜਾਂਦੇ ਨੇ। ਇਹਨਾਂ ਚੋਂ ਵੀ ਖੁਸ਼ੀ ਨਹੀਂ ਉਪਜਦੀ, ਇਹਨਾਂ ਚੋਂ ਸੁੱਖ ਪੈਦਾ ਨਹੀਂ ਹੁੰਦਾ। ਹੁਣ ਆਪਣੇ ਸਮਾਜ ਵੱਲ, ਚੌਗਿਰਦੇ ਵੱਲ ਝਾਤ ਮਾਰ ਕੇ ਦੇਖੋ, ਕਿੰਨੇ ਲੋਕ ਨੇ ਜੋ ਰਿਸ਼ਤਿਆਂ ਨੂੰ ਨਿਭਾ ਰਹੇ ਨੇ, ਲੇਕਿਨ ਕਲੇਸ਼ ਪਿਆ ਹੋਇਆ ਹੈ ਪਤੀ ਪਤਨੀ ਦਾ, ਬੱਚਿਆਂ ਦਾ, ਮਾਪਿਆਂ ਦਾ। ਕਈ ਥਾਵਾਂ ਤੇ ਮਾਪਿਆਂ ਨੂੰ ਬੱਚੇ ਛੱਡ ਗਏ ਨੇ, ਕਈ ਥਾਵਾਂ ਤੇ ਬੱਚੇ ਮਾਪਿਆਂ ਨੂੰ ਛੱਡ ਗਏ ਨੇ। ਰਿਸ਼ਤੇ ਤੇ ਹੈ ਨੇ ਪਰ ਕਲੇਸ਼ ਬਣਿਆ ਹੋਇਆ ਹੈ। ਰੀਜਨ ਇਹ ਹੈ ਕਿ ਸੱਚੇ ਨਾਮ ਤੋਂ ਬਿਨਾ, ਸੱਚੇ ਗਿਆਨ ਤੋਂ ਬਿਨਾ, ਸੱਚੇ ਪ੍ਰਭੂ ਦੇ ਹੁਕਮ ਤੋਂ ਬਿਨਾ ਇਹ ਸਾਰਾ ਕੁਝ ਬੰਧਨ ਬਣ ਕੇ ਰਹਿ ਜਾਂਦਾ ਹੈ। ਅਗਲੀ ਪੰਕਤੀ ਵਿੱਚ ਗੁਰੂ ਜੀ ਅੱਗੇ ਜਾ ਕੇ ਚੀਜ਼ਾਂ ਸਪਸ਼ਟ ਕਰ ਦਿੰਦੇ। ਜਹ ਦੇਖਾਂ ਤਹ ਜੇਵਰੀ ਮਾਇਆ ਕਾ ਸੰਬੰਧ, ਇਹਨੂੰ ਦੇਖਾ ਨਹੀਂ ਪੜਨਾ, ਦੇਖਾਂ। ਜੇਵਰੀ ਦਾ ਮਤਲਬ ਜੇਵੜੀ, ਰੱਸੀ। ਸੰਬੰਧ ਦਾ ਮਤਲਬ ਮੇਲ, ਰਿਸ਼ਤਾ। ਜਹ ਦੇਖਾਂ ਤਹ ਜੇਵਰੀ,
ਗੁਰੂ ਜੀ ਕਹਿੰਦੇ ਨੇ ਜਿੱਧਰ ਵੀ ਵੇਖਦਾ ਉਧਰ ਹੀ ਮਾਇਆ ਦੀ ਫਾਈ ਹੈ, ਮਾਇਆ ਦੀ ਫਾਈ ਦਾ ਸੰਬੰਧ ਹੈ। ਜਿੱਥੇ ਕਿਤੇ ਵੀ ਮੈਂ ਤੱਕਦਾ ਹਾਂ ਉੱਥੇ ਸੰਸਾਰੀ ਲਗਨ ਦੀ ਫਾਈ ਵੇਖਣਾ, ਮਾਇਆ ਦਾ ਸੰਬੰਧ, ਮਾਇਆ ਦੀ ਫਾਈ। ਹੁਣ ਵਾਸਤਵ ਦੇ ਵਿੱਚ ਹੀ ਮਾਇਆ ਦੀ ਫਾਈ ਪਈ ਹੋਈ ਹੈ। ਆਮ ਬੰਦਾ ਤਾਂ ਜਦੋਂ ਮਾਇਆ ਦੀ ਵਿਆਖਿਆ ਕਰੇਗਾ ਤੂੰ ਪੈਸਾ ਕਹਿ ਕੇ ਪੈਸੇ ਨੂੰ ਭੰਡ ਦੇਗਾ। ਗੱਲ ਪੈਸੇ ਦੀ ਨਹੀਂ, ਮਾਇਆ ਦਾ ਸੰਬੰਧ, ਮਾਇਆ ਦੀ ਫਾਈ। ਮਾਇਆ ਦੀ ਫਾਈ ਕਿਹੜੀ? ਸੋਚ। ਉਹ ਭੈੜੀ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ। ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਮੋਹ ਵਗੈਰਾ। ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਗੁਰੂ ਜੀ ਕਹਿੰਦੇ ਨੇ ਮੈਂ ਜਿੱਧਰ ਵੇਖਣਾ ਇਹ ਫਾਹੀ ਬੰਦੇ ਨੂੰ ਪਈ ਹੋਈ ਹੈ, ਬੰਦਾ ਇਸ ਮਾਇਆ ਦਾ ਜਕੜਿਆ ਹੋਇਆ ਹੈ। ਤੇ ਜਿੱਥੇ ਐਸੀ ਸੋਚ ਦੀ ਫਾਹੀ ਹੈ, ਜਿਹੜਾ ਐਸੀ ਸੋਚ ਦੇ ਵਿੱਚ ਜਕੜਿਆ ਹੋਇਆ ਹੈ, ਉਹਦੇ ਰਿਸ਼ਤੇ ਵੀ ਸਾਰੇ ਸੰਬੰਧ ਜਿਹੜੇ ਨੇ ਉਹ ਦੁਖਦਾਈ ਹੋਣਗੇ। ਉੱਥੇ ਸੁੱਖ ਦਾ ਕੋਈ ਕਾਰਨ ਹੀ ਨਹੀਂ। ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ। ਨਾਮ ਦਾ ਮਤਲਬ ਹੁਕਮ। ਸੱਚੇ ਨਾਮ ਬਿਨ, ਸੱਚੇ ਪ੍ਰਭੂ ਦੇ ਹੁਕਮ ਤੋਂ ਬਿਨਾ ਵਰਤਨ ਵਰਤੈ ਅੰਧ। ਵਰਤਨ ਵਰਤੈ ਅੰਧ, ਅੰਧ ਦਾ ਮਤਲਬ ਅੰਨਾ। ਵਰਤਨ ਦਾ ਮਤਲਬ ਵਰਤ ਰਿਹਾ ਹੈ, ਵਿਹਾਰ ਵਿੱਚ ਹੈ। ਅੰਧ ਦਾ ਮਤਲਬ ਅੰਨੇ ਵਿਹਾਰ ਦੇ ਵਿੱਚ ਰੁੱਝਿਆ ਹੋਇਆ ਹੈ ਬੰਦਾ। ਸੱਚੇ ਹੁਕਮ ਤੋਂ ਬਿਨਾ, ਸੱਚੇ ਗਿਆਨ ਤੋਂ ਬਿਨਾ, ਸੱਚ ਤੋਂ ਬਿਨਾ ਬੰਦਾ ਅਗਿਆਨਤਾ ਵਾਲੇ ਅੰਨੇ ਵਿਹਾਰ ਦੇ ਅੰਦਰ ਰੁੱਝਾ ਹੋਇਆ ਹੈ। ਇਹਦਾ ਜਿੰਨਾ ਵੀ ਵਰਤੋਂ ਵਿਹਾਰ ਹੈ ਉਹ ਅੰਨਾ ਹੈ, ਅਗਿਆਨਤਾ ਵਾਲਾ ਹੈ। ਔਰ ਹਕੀਕਤ ਹੈ, ਇੱਕ ਬੜੀ ਅਟਲ ਸੱਚਾਈ ਹੈ ਕਿ ਸਾਡਾ ਵਿਹਾਰ ਤੇ ਹੈ ਇੱਕ ਦੂਜੇ ਦੇ ਨਾਲ ਮਿਲਵਰਤਨ ਤਾਂ ਸਮਾਜ ਵਿੱਚ ਹੈ, ਪਰ ਮਿਲਵਰਤਨ ਦਾ ਬੇਸ ਸੱਚ ਨਾ ਹੋਣ ਕਰਕੇ ਚਾਰ ਚੁਫੇਰੇ ਦੁੱਖ ਔਰ ਪਰੇਸ਼ਾਨੀਆਂ ਨੇ। ਮੈਂ ਤੁਹਾਡੇ ਤੋਂ ਪਰੇਸ਼ਾਨ, ਤੁਸੀਂ ਮੇਰੇ ਤੋਂ ਪਰੇਸ਼ਾਨ। ਪਰੇਸ਼ਾਨੀਆਂ ਨੇ ਨਾ, ਹਾਲਾਂਕਿ ਹੋਣੀਆਂ ਨਹੀਂ ਚਾਹੀਦੀਆਂ। ਬੰਦਾ ਬੰਦੇ ਤੋਂ ਪਰੇਸ਼ਾਨ ਹੋਏ ਤੇ ਬੰਦਾ ਹੀ ਕਾਹਦਾ ਹੋਇਆ? ਬੰਦਾ ਬੰਦੇ ਨੂੰ ਪਰੇਸ਼ਾਨੀ ਦੇ ਤੇ ਉਹ ਬੰਦਾ ਹੀ ਕਾਹਦਾ ਹੋਇਆ? ਬੰਦਾ ਤੇ ਤਾਂ ਸੀ ਨਾ ਜੇ ਬੰਦੇ ਨਾਲ ਬੰਦਿਆਂ ਵਰਗਾ ਵਿਹਾਰ ਕਰਦਾ। ਬੰਦਾ ਤੇ ਤਾਂ ਸੀ ਜੇ ਬੰਦਾ ਬੰਦੇ ਨੂੰ ਖੁਸ਼ੀ ਦਿੰਦਾ। ਹੁਣ ਇਸ ਕਰਕੇ ਬੰਦੇ ਦੇ ਅੰਦਰ ਬੰਦੇ ਵਾਲਾ ਵਿਹਾਰ ਨਹੀਂ ਰਿਹਾ। ਰੀਜਨ ਜਿਹੜਾ ਵਰਤਨ ਹੈ ਉਹ ਸੱਚ ਤੋਂ ਸਖਣਾ ਹੈ। ਜਦੋਂ ਸੱਚੇ ਹੁਕਮ, ਸੱਚੇ ਗਿਆਨ ਤੋਂ ਬਿਨਾ ਬੰਦਾ ਅੰਨੇ ਵਿਹਾਰ ਦੇ ਅੰਦਰ ਰੁੱਝਿਆ ਰਹਿੰਦਾ ਹੈ ਤੇ ਉਦੋਂ ਫਿਰ ਇਹ ਸਾਰੇ ਵਰਤੋਂ ਵਿਹਾਰ ਬੰਦੇ ਵਾਸਤੇ ਫਾਹੀ ਬਣ ਕੇ ਰਹਿ ਜਾਂਦੇ ਨੇ, ਦੁੱਖਾਂ ਦਾ ਕਾਰਨ ਬਣ ਕੇ ਰਹਿ ਜਾਂਦੇ। ਤਾਂ ਇੱਥੇ ਗੁਰੂ ਜੀ ਹੁਣ ਤਿਆਗ ਨਹੀਂ ਸਿਖਾ ਰਹੇ ਸਨ, ਸਾਨੂੰ ਸਿਰਫ ਇਹ ਦੱਸਿਆ ਜਾ ਰਿਹਾ ਹੈ ਕਿ ਸੱਚੇ ਹੁਕਮ ਨੂੰ ਫੋਲੋ ਕਰੋ, ਸੱਚ ਨੂੰ ਬੇਸ ਬਣਾਓ, ਤਾਂ ਫਿਰ ਤੁਹਾਡਾ ਇਹ ਜਿਹੜਾ ਵਿਹਾਰ ਹੈ ਸੁਖਦਾਈ ਹੋ ਜਾਏਗਾ। ਅਗਿਆਨਤਾ ਨੂੰ ਛੱਡ ਦਿਓ, ਜਿਹੜੀ ਦਾਣੇ ਦੀ ਮੁੱਠ ਭਰੀ ਹੋਈ ਛੱਡ ਦਿਓ, ਤੁਸੀਂ ਆਜ਼ਾਦ ਹੋ। ਨਲਨੀ ਦੇ ਉੱਤੇ ਆਪਣੇ ਖੰਭਾਂ ਨੂੰ ਫੜਾਓ, ਤੁਸੀਂ ਆਜ਼ਾਦ ਹੋ। ਤਾਂ ਜੇ ਸੱਚ ਦੇ ਨਾਲ ਬੰਦਾ ਜੁੜ ਜਾਂਦਾ ਹੈ ਤਾਂ ਫਿਰ ਇਹਦਾ ਇਹ ਵਰਤੋਂ ਵਿਹਾਰ ਸੁਖਦਾਈ ਹੋ ਸਕਦਾ ਹੈ। ਜੇ ਜ਼ਿੰਦਗੀ ਚੋਂ ਸੱਚ ਮਾਈਨਸ ਹੈ ਤਾਂ ਫਿਰ ਇਹ ਸਾਰੇ ਰਿਸ਼ਤੇ, ਨਾਤੇ, ਵਰਤੋਂ ਵਿਹਾਰ ਸਾਰਾ ਕੁਝ ਬੰਧਨ ਦਾ ਮੂਲ ਹੋ ਗਿਆ। ਮਹਿਲਾ ਚੌਥਾ, ਅੰਧੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੇ ਰਜ਼ਾਏ। ਹੁਣ ਗੁਰੂ ਸਾਹਿਬ ਜੀ ਪਿਛਲੇ ਸ਼ਲੋਕ ਦੀ ਅੱਗੇ ਵਿਆਖਿਆ ਕਰ ਰਹੇ ਨੇ, ਸਾਹਿਬ ਸ੍ਰੀ ਗੁਰੂ ਰਾਮਦਾਸ, ਕਿ ਵਰਤਨ ਵਰਤੇ ਅੰਧ, ਜੋ ਅੰਨਾ ਵਰਤੋਂ ਹੈ, ਉਸ ਅਗਿਆਨਤਾ ਦੇ ਹਨੇਰੇ ਦੇ ਅੰਦਰ ਚਾਨਣ ਕਿਵੇਂ ਮਿਲੇ, ਸੱਚਾ ਗਿਆਨ ਕਿਵੇਂ ਮਿਲੇ। ਨਾਨਕ ਸੱਚੇ ਨਾਮ ਮਿਲੇ, ਸੱਚਾ ਗਿਆਨ ਕਿਵੇਂ ਮਿਲੇ। ਤਾਂ ਗੁਰੂ ਜੀ ਕਹਿੰਦੇ ਨੇ ਅੰਧੇ ਚਾਨਣ ਤਾਂ ਥੀਐ। ਥੀਐ ਦਾ ਮਤਲਬ ਹੁੰਦਾ ਹੈ ਰਜ਼ਾਏ, ਦਾ ਮਤਲਬ ਰਜ਼ਾ ਅਨੁਸਾਰ। ਅੰਨੇ ਮਨੁੱਖ ਨੂੰ ਚਾਨਣ ਤਾਂ ਹੁੰਦਾ ਹੈ ਜੇ ਪ੍ਰਭੂ ਦੀ ਰਜ਼ਾ ਵਿੱਚ ਉਹਨੂੰ ਸਤਿਗੁਰ ਮਿਲ ਪਏ, ਜਾਂ ਸਤਿਗੁਰ ਮਿਲੇ। ਰਜ਼ਾਏ, ਰਜ਼ਾਏ ਦਾ ਮਤਲਬ ਰਜ਼ਾ ਵਿੱਚ, ਹੁਕਮ ਵਿੱਚ, ਸਿਸਟਮ ਵਿੱਚ। ਜੇ ਰੱਬੀ ਰਜ਼ਾ ਅਨੁਸਾਰ ਇਹਨੂੰ ਸਤਿਗੁਰੂ ਮਿਲ ਪਵੇ, ਇਹ ਗੁਰੂ ਦੇ ਦੱਸੇ ਰਾਹਾਂ ਤੇ ਤੁਰੇ, ਤਾਂ ਇਹਦੇ ਜੀਵਨ ਦੇ ਅੰਦਰ ਚਾਨਣ ਹੋ ਸਕਦਾ ਹੈ, ਗਿਆਨ ਹੋ ਸਕਦਾ ਹੈ, ਇਹਨੂੰ ਸਮਝ ਆ ਸਕਦੀ ਹੈ, ਕਾਮਨ ਸੈਂਸ ਪੈਦਾ ਹੋ ਸਕਦੀ ਹੈ, ਵਿਵੇਕ ਬੁੱਧ ਪੈਦਾ ਹੋ ਸਕਦੀ ਹੈ, ਤੇ ਫਿਰ ਆਪਣੇ ਜੀਵਨ ਨੂੰ ਇਹ ਸੁਖੀ ਔਰ ਸ਼ਾਂਤ ਕਰੇਗਾ। ਫਿਰ ਇਹ ਜਿਹੜਾ ਵਰਤੋਂ ਵਿਹਾਰ ਹੈ ਨਾ, ਫਿਰ ਬੜਾ ਸਾਫ਼ ਸੁਥਰਾ ਹੋਏਗਾ, ਸ਼ੀਸ਼ੇ ਵਰਗਾ।
ਫਿਰ ਪਾਰਦਰਸ਼ੀ ਮਿਲਵਰਤਨ ਹੋਏਗਾ। ਕਿਤੇ ਫਿਰ ਕੋਈ ਧੋਖਾਧੜੀ ਨਹੀਂ, ਫਿਰ ਕਿਤੇ ਕੋਈ 2 ਨੰਬਰ ਦੇ ਧੰਦੇ ਨਹੀਂ, ਫਿਰ ਇਹਦਾ ਜੀਵਨ ਠੀਕ ਠਾਕ ਹੋ ਜਾਏਗਾ। ਯਤਨ ਅਸੀਂ ਜ਼ਿਆਦਾ ਕਰ ਰਹੇ ਹਾਂ, ਦੁੱਖ ਸਾਨੂੰ ਜ਼ਿਆਦਾ ਹੋ ਰਿਹਾ ਹੈ, ਮਿਹਨਤ ਜ਼ਿਆਦਾ ਕਰਨੀ ਪੈ ਰਹੀ ਹੈ ਤੇ ਰਿਜ਼ਲਟ ਨਿਕਲ ਰਿਹਾ ਹੈ ਦੁੱਖ, ਚਿੰਤਾਵਾਂ ਔਰ ਪਰੇਸ਼ਾਨੀਆਂ। ਪਰ ਜੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ, ਮਿਹਨਤ ਘੱਟ ਕਰਨੀ ਪਵੇਗੀ, ਐਨਰਜੀ ਘੱਟ ਖਰਚ ਹੋਏਗੀ ਤੇ ਰਿਜ਼ਲਟ ਉਹਦਾ ਬਹੁਤ ਚੰਗਾ, ਸੁਖੀ ਔਰ ਸ਼ਾਂਤੀ ਵਾਲਾ ਨਿਕਲੇਗਾ। ਬੰਧਨ ਤੋੜੈ ਸੱਚ ਵਸੈ, ਅਗਿਆਨ ਅੰਧੇਰਾ ਜਾਏ। ਗੁਰੂ ਦੇ ਦੱਸੇ ਰਾਹ ਤੇ ਜਦੋਂ ਬੰਦਾ ਤੁਰੇਗਾ, ਬੰਧਨ ਤੋੜੈ, ਉਦੋਂ ਫਿਰ ਇਹ ਬੰਧਨਾਂ ਨੂੰ ਤੋੜ ਲੈਂਦਾ ਹੈ, ਇਹਦੇ ਬੰਧਨ ਟੁੱਟ ਜਾਣਗੇ। ਬਾਣੀ ਵਿੱਚ ਬਚਨ ਹੈ ਨਾ, ਨਿਕਸ ਰਿਪੰਖੀ ਸਿਮਰ ਹਰ ਪਾਂਖ, ਕਿ ਇਹ ਪੰਛੀ ਤੂੰ ਕੈਦ ਹੋਣ ਵਾਸਤੇ ਨਹੀਂ ਹੈ, ਆਪਣੇ ਖੰਭਾਂ ਦੀ ਤਾਕਤ ਨੂੰ ਵਰਤ, ਖੰਭਾਂ ਦੇ ਨਾਲ ਫੜ ਫੜਾ ਹਿਲਾ ਖੰਭਾਂ ਨੂੰ ਔਰ ਉੱਚੀਆਂ ਆਕਾਸ਼ ਦੀਆਂ ਉਡਾਰੀਆਂ ਲਾ, ਐਵੇਂ ਇੱਥੇ ਰੁਲਦਾ ਨਾ ਫਿਰ। ਤਾਂ ਗੁਰੂ ਜੀ ਸਾਨੂੰ ਵੀ ਸਮਝਾ ਰਹੇ ਨੇ ਕਿ ਜਦੋਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੋਗੇ ਤਾਂ ਬੰਧਨ ਸਾਰੇ ਟੁੱਟ ਜਾਣਗੇ ਅਗਿਆਨਤਾ ਵਾਲੇ। ਸੱਚ ਵਸੈ, ਫਿਰ ਉਹ ਬੰਦਾ ਸੱਚ ਦੇ ਅੰਦਰ ਲੀਨ ਹੋ ਜਾਏਗਾ, ਰੱਬ ਦੇ ਅੰਦਰ ਲੀਨ ਹੋ ਜਾਏਗਾ, ਰੱਬ ਵਰਗਾ ਬਣ ਜਾਏਗਾ। ਅਗਿਆਨ ਅੰਧੇਰਾ ਜਾਏ, ਤੇ ਇਸ ਦੀ ਜ਼ਿੰਦਗੀ ਚੋਂ ਅਗਿਆਨ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਕਦੋਂ? ਜਦੋਂ ਗੁਰੂ ਮਿਲਦਾ ਹੈ, ਜਦੋਂ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਤਾਂ ਇਹਦਾ ਭਾਵ ਇਹ ਹੋਇਆ ਕਿ ਜੇ ਸਾਡੀ ਜ਼ਿੰਦਗੀ ਵਿੱਚ ਵੀ ਕੁਝ ਐਸਾ ਹੈ ਜਾਂ ਇਸ ਸਮਾਜ ਸੰਸਾਰ ਵਿੱਚ ਐਸੀ ਕਿਤੇ ਗੜਬੜ ਹੈ, ਤਾਂ ਸਾਨੂੰ ਕੋਈ ਕਰਨਾ ਚਾਹੀਦਾ ਹੈ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵਿਆਂ ਸਾਡੀ ਜ਼ਿੰਦਗੀ ਦੇ ਬੰਧਨ ਟੁੱਟ ਜਾਣਗੇ, ਕਾਮਨ ਸੈਂਸ ਪੈਦਾ ਹੋ ਜਾਏਗੀ, ਅਗਿਆਨਤਾ ਦਾ ਹਨੇਰਾ ਮਿਟ ਜਾਏਗਾ, ਵਿਕਾਰ ਖਤਮ ਹੋ ਜਾਣਗੇ, ਸੱਚ ਦੇ ਅੰਦਰ ਵਸ ਕੇ ਸੱਚ ਦਾ ਰੂਪ ਹੋ ਜਾਵਾਂਗੇ, ਸਚਿਆਰ ਹੋ ਜਾਵਾਂਗੇ, ਰੱਬ ਵਰਗੇ ਹੋ ਜਾਵਾਂਗੇ। ਫਿਰ ਉਸ ਬੰਦੇ ਦੀ ਦ੍ਰਿਸ਼ਟੀ ਕੈਸੀ ਬਣੇਗੀ? ਸਭ ਕੁਛ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ। ਫਿਰ ਮਨੁੱਖ ਸਭ ਕੁਝ ਉਸੇ ਦਾ ਹੀ ਸਮਝਦਾ ਹੈ ਜਿਸ ਨੇ ਸਰੀਰ ਸਾਜ ਕੇ ਪੈਦਾ ਕੀਤਾ ਹੈ, ਜਿਨਨੇ ਸਾਨੂੰ ਸਾਜਿਆ ਬਣਾਇਆ, ਸਾਰਾ ਕੁਝ ਫਿਰ ਉਹਦਾ ਹੀ ਸਮਝਦਾ ਹੈ ਕਿ ਸਾਰਾ ਕੁਝ ਉਹਦਾ ਹੀ ਹੈ, ਮੇਰਾ ਕੁਝ ਨਹੀਂ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ ਕਿ ਸਭ ਕੁਝ ਦੇਖੇ ਤਿਸੈ ਕਾ। ਇੱਕ ਤਾਂ ਇਹ ਦੇਖੇਗਾ ਕਿ ਸਾਰਾ ਕੁਝ ਪ੍ਰਭੂ ਦਾ ਹੈ, ਤਾਂ ਪ੍ਰਭੂ ਦਾ ਹੈ ਤੇ ਸਾਰਾ ਕੁਝ ਸਾਂਝਾ ਹੈ, ਇਹਦੇ ਕੁਝ ਕੋਈ ਵਿਖੇਵਾ ਨਹੀਂ ਹੈ। ਸਾਰੇ ਜੀਵ ਜੰਤ, ਇਸਤਰੀਆਂ ਪੁਰਸ਼ ਪ੍ਰਭੂ ਦੇ ਪੈਦਾ ਕੀਤੇ ਨੇ, ਮੈਂ ਵੀ ਪ੍ਰਭੂ ਦਾ ਪੈਦਾ ਕੀਤਾ, ਸਾਰੀ ਮਨੁੱਖਤਾ ਪ੍ਰਭੂ ਦੀ ਸੰਤਾਨ ਹੈ। ਤਾਂ ਜਦੋਂ ਮੈਂ ਦੇਖਾਂਗਾ ਕਿ ਮੈਂ ਵੀ ਪ੍ਰਭੂ ਦਾ ਬੱਚਾ, ਬਾਕੀ ਦੁਨੀਆ ਵੀ ਪ੍ਰਭੂ ਦੇ ਬੱਚੇ ਬੱਚੀਆਂ ਨੇ, ਤਾਂ ਮੈਂ ਹਰ ਇੱਕ ਦੇ ਨਾਲ ਫਿਰ ਵੀਰਾਂ ਭੈਣਾਂ ਵਾਲਾ ਵਿਹਾਰ ਕਰਾਂਗਾ। ਮੈਂ ਕਿਸੇ ਨੂੰ ਦੁਖੀ ਨਹੀਂ ਦੇਖ ਪਾਵਾਂਗਾ, ਹਰ ਇੱਕ ਦੇ ਸੁੱਖ ਦੁੱਖ ਵਿੱਚ ਭਾਈਵਾਲ ਬਣਾਂਗਾ। ਪਹਿਲੀ ਗੱਲ। ਦੂਜੀ ਗੱਲ ਇਹ ਕਿ ਜਦੋਂ ਮੈਨੂੰ ਇਹ ਸਾਰਾ ਕੁਝ ਦੱਸੇਗਾ ਕਿ ਸਾਰੀ ਰਚਨਾ ਰੱਬ ਦੀ ਹੈ, ਰੱਬ ਦੇ ਨਾਲ ਮੈਂ ਪਿਆਰ ਕਰਨ ਵਾਲਾ, ਤਾਂ ਫਿਰ ਮੈਂ ਰੱਬ ਦੀ ਰਚਨਾ ਦਾ ਨੁਕਸਾਨ ਨਹੀਂ ਨਾ ਕਰਾਂਗਾ, ਰੱਬ ਦੀ ਰਚਨਾ ਦਾ ਨੁਕਸਾਨ ਨਹੀਂ ਕਰਾਂਗਾ। ਮੈਂ ਪਾਣੀ ਵਿੱਚ ਪੋਲੂਸ਼ਨ ਨਹੀਂ ਫੈਲਾਵਾਂਗਾ, ਹਵਾ ਵਿੱਚ ਪੋਲੂਸ਼ਨ ਨਹੀਂ ਫੈਲਾਵਾਂਗਾ, ਮੈਂ ਧਰਤੀ ਤੇ ਗੰਦਗੀ ਨਹੀਂ ਪਾਵਾਂਗਾ, ਕਿਉਂਕਿ ਰੱਬ ਦੀ ਰਚਨਾ ਹੈ ਨਾ। ਤੇ ਜੇ ਹਰ ਬੰਦਾ ਐਵੇਂ ਸੋਚੇ ਤਾਂ ਕਿੰਨਾ ਸਾਫ਼ ਸੁਥਰਾ ਸੰਸਾਰ ਹੋਏਗਾ। ਤੇ ਖਾਸ ਜਿਹੜੀ ਗੱਲ ਹੈ, ਸਭ ਕੁਝ ਰੱਬ ਦਾ ਹੈ, ਮੇਰਾ ਸਰੀਰ ਤਨ ਮਨ, ਤਾਂ ਫਿਰ ਮੈਂ ਇਹਨਾਂ ਚੀਜ਼ਾਂ ਦੀ ਵਰਤੋਂ ਐਵੇਂ ਕਰਾਂਗਾ ਜਿਵੇਂ ਰੱਬ ਦੀਆਂ ਚੀਜ਼ਾਂ ਹੁੰਦੀਆਂ ਨੇ। ਮੇਰਾ ਤਨ ਇਹ ਰੱਬ ਦੀ ਅਮਾਨਤ ਹੈ, ਤਾਂ ਰੱਬ ਦੀ ਅਮਾਨਤ ਦੀ ਵਰਤੋਂ ਫਿਰ ਮੈਂ ਕਿਵੇਂ ਕਰਾਂਗਾ? ਅੱਖਾਂ ਦੀ ਵਰਤੋਂ, ਅੱਖਾਂ ਰੱਬ ਦੀਆਂ ਨੇ, ਤਾਂ ਫਿਰ ਅੱਖਾਂ ਦੇ ਨਾਲ ਮੈਂ ਕਿਵੇਂ ਦੇਖਾਂਗਾ? ਕੰਨ ਰੱਬ ਦੇ ਨੇ, ਤਾਂ ਰੱਬ ਦੇ ਕੰਨਾਂ ਨਾਲ ਮੈਂ ਕੀ ਸੁਣਾਂਗਾ? ਸੱਚ ਜਾਂ ਝੂਠ ਫਰੇਬ। ਜ਼ਬਾਨ ਰੱਬ ਦੀ, ਰੱਬ ਦੀ ਜ਼ਬਾਨ ਨਾਲ ਮੈਂ ਕਿਵੇਂ ਬੋਲਾਂਗਾ? ਹੱਥ ਰੱਬ ਦੇ, ਕੀ ਰੱਬ ਦੇ ਹੱਥਾਂ ਨਾਲ ਮੈਂ ਸ਼ਰਾਬ ਫੜ ਕੇ ਪੀ ਸਕਦਾ? ਨਹੀਂ। ਤਾਂ ਇਹ ਸਾਰੇ ਜੀਵਨ ਹੀ ਬਦਲ ਜਾਏਗਾ। ਇਹਨੂੰ ਕਹਿ ਦਿੰਦੇ ਨੇ ਸਭ ਕੁਝ ਰੱਬ ਦਾ ਵੇਖਣਾ। ਜਿਸ ਪ੍ਰਭੂ ਨੇ ਤਨ ਸਾਜ ਕੇ ਮੈਨੂੰ ਪੈਦਾ ਕੀਤਾ ਹੈ, ਫਿਰ ਗੁਰੂ ਦੇ ਗਿਆਨ ਦੀ ਅਨੁਸਾਰ ਜ਼ਿੰਦਗੀ ਜੀਣ ਵਾਲਾ ਇਨਸਾਨ ਸਭ ਕੁਝ ਉਸ ਪ੍ਰਭੂ ਦਾ ਵੇਖਦਾ ਹੈ ਔਰ ਸਭ ਕੁਝ ਦੇ ਵਿੱਚ ਵਸੇ ਹੋਏ ਪ੍ਰਭੂ ਨੂੰ ਤੱਕਦਾ ਹੈ। ਨਾਨਕ ਸਰਣ ਕਰਤਾਰ ਕੀ, ਕਰਤਾ ਰਾਖੈ ਲਾਜ। ਹੇ ਨਾਨਕ,
ਜੋ ਕਰਤਾਰ ਦੀ ਸ਼ਰਨ ਵਿੱਚ ਆ ਜਾਂਦੇ ਨੇ, ਸ਼ਰਨੀ ਪੈਂਦੇ ਨੇ। ਹੁਣ ਕਰਤਾਰ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ। ਸ਼ਰਨੀ ਆਉਣ ਦਾ ਮਤਲਬ ਕਿ ਮੈਂ ਤੇਰਾ ਗੁਲਾਮ, ਮੈਂ ਤੇਰਾ ਸੇਵਕ, ਮੇਰੀ ਮਰਜ਼ੀ ਖਤਮ, ਰੱਬ ਦੀ ਮਰਜ਼ੀ। ਤਾਂ ਜੋ ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਂਦੇ ਨੇ, ਕਰਤਾ ਰੱਖ ਹੈ ਲਾਜ, ਫਿਰ ਰੱਬ ਆਪ ਉਹਨਾਂ ਦੀ ਲਾਜ ਰੱਖਦਾ ਹੈ, ਉਹਨਾਂ ਦੀ ਇੱਜ਼ਤ ਰੱਖਦਾ ਹੈ, ਉਹਨਾਂ ਨੂੰ ਮਾਣ ਮਿਲਦਾ ਹੈ, ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਵੀ ਲਾਜਪਤ ਰਹੇ, ਸਾਨੂੰ ਵੀ ਮਾਣ ਆਦਰ ਮਿਲੇ, ਤਾਂ ਫਿਰ ਅੱਜ ਦੇ ਮਨੁੱਖ ਨੂੰ ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਨਹੀਂ ਤਾਂ ਬੰਦਾ ਹਰ ਥਾਂ ਦੇ ਉੱਤੇ ਆਪਣੀ ਬੇਇੱਜ਼ਤੀ ਕਰਾ ਰਿਹਾ ਹੈ। ਕਿਵੇਂ ਕਰਾ ਰਿਹਾ ਹੈ? ਦੇਖੋ, ਜੇ ਕੋਈ ਬਾਹਰ ਦੀ ਦੁਨੀਆ ਹੋਏ ਤੇ ਬਾਹਰ ਦੀ ਦੁਨੀਆ ਦਾ ਬੰਦਾ ਇੱਥੇ ਆ ਜਾਏ, ਸਪੋਜ਼ ਮੰਨ ਲਓ ਜਿਵੇਂ ਏਲੀਅਨ ਮੰਨਦੇ ਨੇ ਤੇ ਕੋਈ ਏਲੀਅਨ ਹੀ ਇੱਥੇ ਆ ਜਾਏ, ਤੇ ਉਹ ਆਣ ਕੇ ਵੇਖੇ ਯਾਰ ਤੁਹਾਡੇ ਇੱਥੇ ਰਿਸ਼ਵਤ ਵੀ ਚੱਲਦੀ ਹੈ, ਤੁਹਾਡੇ ਇੱਥੇ ਡੁਪਲੀਕੇਟ ਦਵਾਈਆਂ ਵੀ, ਬੰਦੇ ਹੋ ਕੇ ਡੁਪਲੀਕੇਟ ਦਵਾਈਆਂ ਵੀ ਤੁਸੀਂ, ਯਾਰ ਬੰਦੇ ਹੋ ਕੇ ਤੁਸੀਂ ਟੂਟੀਆਂ ਦਾ ਪਾਣੀ ਭਰ ਕੇ ਤੇ ਉੱਤੇ ਸੀਲ ਕਰਕੇ ਤੁਸੀਂ ਡਿਸਟਿਲਰ ਵਾਟਰ ਕਹਿ ਕੇ ਵੇਚ ਰਹੇ ਹੋ। ਯਾਰ ਬੰਦੇ ਹੋ ਕੇ ਤੁਸੀਂ ਬਗਾਨੀਆਂ ਔਰਤਾਂ ਵੱਲ ਮਾੜਾ ਵੇਖਦੇ ਹੋ, ਤਾਂ ਬੇਇੱਜ਼ਤੀ ਹੋਏਗੀ ਨਾ। ਇਹਨੂੰ ਹੀ ਤੇ ਬੇਇੱਜ਼ਤੀ ਕਹਿੰਦੇ ਨੇ, ਬੰਦਿਆਂ ਵਾਲੇ ਕੰਮ ਨਾ ਕਰਨੇ। ਬੰਦਾ ਕਿੱਡੀ ਵੱਡੀ ਇਨਸਲਟ ਕਰਾ ਬੈਠਾ ਨਾ ਆਪਣੀ 2-2 ਸਾਲ ਦੀਆਂ ਬੱਚੀਆਂ ਨਾਲ ਜ਼ਬਰ ਜਨਾਹ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਲੁੱਟ ਖਸੁੱਟ, ਈਰਖਾ ਦਵੇਸ਼, ਗੁੱਸੇ ਕ੍ਰੋਧ ਦੇ ਨਾਲ ਭਰਿਆ ਹੋਇਆ ਫਿਰਦਾ ਬੰਦਾ। ਤੇ ਫਿਰ ਰੱਬ ਲਾਜ ਰੱਖਦਾ ਹੈ ਉਹਦੀ, ਫਿਰ ਉਹ ਐਸਾ ਕੋਈ ਕਰਮ ਨਹੀਂ ਕਰਦਾ ਜਿਹਦੇ ਨਾਲ ਬੇਇੱਜ਼ਤੀ ਹੋਵੇ। ਮਨੁੱਖਤਾ ਦੇ ਮੱਥੇ ਤੇ ਕਿੱਡੇ ਵੱਡੇ ਵੱਡੇ ਕਲੰਕ ਲੱਗੇ ਨੇ, ਜਿਨ੍ਹਾਂ ਨੂੰ ਧੋਣਾ ਬਹੁਤ ਮੁਸ਼ਕਲ ਹੈ। ਧਰਮ ਦੇ ਨਾਮ ਦੇ ਉੱਤੇ ਮਾਸੂਮ ਬੱਚਿਆਂ ਦੇ ਟੁਕੜੇ ਕਰਕੇ ਜਦੋਂ ਔਰਤਾਂ ਦੇ ਗਲਾਂ ਵਿੱਚ ਪਾਏ ਹੋਣਗੇ, ਕੀ ਉਹ ਕਲੰਕ ਧੁੱਪ ਸਕਦਾ ਕਦੇ? ਜਦੋਂ ਐਟਮ ਬੰਬਾਂ ਦੀ ਵਰਸ਼ਾ ਕਰਕੇ ਲੱਖਾਂ ਲੋਕਾਂ ਨੂੰ ਮਾਰਿਆ ਹੋਵੇਗਾ, ਚੈਂਬਰਾਂ ਵਿੱਚ ਲੋਕ ਪਾ ਕੇ ਸਾੜੇ ਹੋਣਗੇ, ਜਾਂ 84 ਦੇ ਅੰਦਰ ਦਿੱਲੀ ਔਰ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਨੂੰ ਟਾਇਰ ਪਾ ਕੇ ਜਿੰਦਾ ਜਲਾਇਆ ਹੋਵੇਗਾ, ਕੀ ਉਹ ਕਲੰਕ ਧੋਤੇ ਜਾ ਸਕਦੇ ਨੇ? ਜਾਂ ਹੋਰ ਹੁੰਦੇ ਨੇ, ਇੱਕ ਨਹੀਂ ਅਨੇਕਾਂ ਵਾਰਦਾਤਾਂ ਰੋਜ਼ ਹੋ ਰਹੀਆਂ ਨੇ, ਰੋਜ਼ ਆ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੈ। ਤਾਂ ਬੇਸ਼ਰਮੀ ਹੈ ਨਾ, ਮਨੁੱਖਤਾ ਦੀ ਬੇਇੱਜ਼ਤੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਕਰਤਾਰ ਦੀ ਸ਼ਰਨ ਵਿੱਚ ਰਹਿੰਦਾ ਹੈ, ਫਿਰ ਕਰਤਾਰ ਉਹਦੀ ਲਾਜ ਰੱਖਦਾ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮਨੁੱਖਤਾ ਦੀ ਲਾਜ ਰੱਖੀਏ, ਮਨੁੱਖ ਬਣ ਕੇ ਜੀਵੀਏ। ਪਰ ਉਹ ਤਾਂ ਜੀ ਸਕਾਂਗੇ ਜੇ ਰੱਬੀ ਰਜ਼ਾ ਦੇ ਅੰਦਰ ਰਹਾਂਗੇ, ਫਿਰ ਕਰਤਾਰ ਲਾਜ ਰੱਖਦਾ ਹੈ। ਪੌੜੀ, ਜਦੋਂ ਆਪੇ ਥਾਟ ਕੀਆ ਬਹਿ ਕਰਤੈ, ਤਦੋਂ ਪੁੱਛ ਨਾ ਸੇਵਕ ਬੀਆ। ਇੱਥੇ ਥਾਟ ਦਾ ਮਤਲਬ ਹੈ ਰਚਨਾ, ਕਰਤੈ ਦਾ ਮਤਲਬ ਕਰਤਾਰ ਨੇ, ਬੀਆ ਦਾ ਮਤਲਬ ਹੋਰ, ਬੀਆ ਦਾ ਮਤਲਬ ਕੋਈ ਦੂਜਾ। ਜਦੋਂ ਆਪੇ ਥਾਟ ਕੀਆ ਬਹਿ ਕਰਤੇ, ਜਦੋਂ ਪ੍ਰਭੂ ਨੇ ਆਪ ਹੀ ਬਹਿ ਕੇ ਰਚਨਾ ਕੀਤੀ। ਬਹਿ ਕੇ ਮੀਨਸ ਕਿ ਜਦੋਂ ਪ੍ਰਭੂ ਆਪ ਹੀ ਸੀ, ਇਹ ਦਿਸਦਾ ਜਗਤ ਨਹੀਂ ਸੀ, ਜਦੋਂ ਨਿਰਾਕਾਰ ਸਾਕਾਰ ਨਹੀਂ ਸੀ ਹੋਇਆ। ਆਪਣੀ ਸੁਰਤੀ ਨੂੰ ਉੱਥੇ ਲੈ ਲਓ। ਸਪੋਜ਼ ਕਿ ਜਦੋਂ ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਪੌਣ, ਪਾਣੀ, ਬੈਸੰਤਰ, ਦਿਸਦਾ ਅਣਦਿਸਦਾ ਜਗਤ ਜਦੋਂ ਕੁਝ ਵੀ ਨਹੀਂ ਸੀ, ਜਦੋਂ ਇਹ ਆਕਾਰ ਨਹੀਂ ਸੀ, ਤਾਂ ਪਿੱਛੇ ਕੀ ਸੀ? ਜੋ ਪਿੱਛੇ ਸੀ ਉਹ ਕਰਤਾਰ ਸੀ। ਉਹਨੂੰ ਸਾਇੰਸ ਐਨਰਜੀ ਕਹੇ ਜਾਂ ਕੁਝ ਕਹੇ, ਕਰਤਾਰ ਸੀ। ਤੇ ਉਸ ਕਰਤਾਰ ਤੋਂ, ਨਿਰਾਕਾਰ ਤੋਂ ਉਹਨੇ ਸਾਕਾਰ ਰੂਪ ਧਾਰਨ ਕੀਤਾ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਪ੍ਰਭੂ ਨੇ ਆਪ ਬਹਿ ਕੇ ਰਚਨਾ ਰਚੀ, ਤਦੋਂ ਪੁੱਛ ਨਾ ਸੇਵਕ ਬੀਆ। ਉਹਨੇ ਉਦੋਂ ਕਿਸੇ ਸੇਵਕ ਤੋਂ ਸਲਾਹ ਨਹੀਂ ਲਈ, ਪੁੱਛੀ ਨਹੀਂ ਕਿ ਮੈਂ ਕਿਵੇਂ ਦੀ ਰਚਨਾ ਕਰਾਂ, ਕਿ ਸੰਸਾਰ ਦਾ ਡਿਜ਼ਾਈਨ ਕਿਵੇਂ ਦਾ ਕਰਾਂ, ਪਾਣੀ ਕਿਵੇਂ ਦਾ ਬਣਾਵਾਂ, ਧਰਤੀ ਕਿਵੇਂ ਦੀ, ਰੁੱਖ ਦਰਖਤ ਕਿੰਨੇ, ਕੀ ਰਚਨਾ। ਸਲਾਹ ਲਈ ਕਿਸੇ ਤੋਂ? ਸਲਾਹ ਕਿਤੇ ਤੋਂ ਕੋਈ ਹੈ ਹੀ ਨਹੀਂ, ਉਹਨੇ ਕਿਸੇ ਤੋਂ ਸਲਾਹ ਲੈ ਕੇ ਨਹੀਂ ਬਣਾਈ। ਤਦੋਂ ਕਿਆ ਕੋ ਲੇਵੈ, ਕਿਆ ਕੋ ਦੇਵੈ, ਜਾਂ ਅਵਰ ਨਾ ਦੂਜਾ ਕੀਆ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਕੋਈ ਦੂਜਾ ਉਹਨੇ ਪੈਦਾ ਹੀ ਨਹੀਂ ਸੀ ਕੀਤਾ, ਤਾਂ ਤਦੋਂ ਕਿਸੇ ਨੇ ਕਿਸੇ ਪਾਸੋਂ ਲੈਣਾ ਕੀ ਸੀ ਤੇ ਦੇਣਾ ਕੀ ਸੀ? ਕੀ ਉਦੋਂ ਕੋਈ ਲੈਣ ਦੇਣ ਹੈ ਸੀ? ਵੀ ਮੈਨੂੰ ਕੋਈ 200-400 ਪਾਉਂਡ ਚਾਹੀਦੇ ਨੇ, ਜਾਂ ਤੁਹਾਨੂੰ ਚਾਹੀਦੇ ਨੇ, ਜਾਂ ਮੈਨੂੰ ਅੱਜ ਦਾ ਦਿਨ ਤੁਹਾਡੀ ਕਾਰ ਚਾਹੀਦੀ, ਕੋਈ ਲੈਣ ਦੇਣ ਹੈ ਸੀ? ਹੈ ਹੀ ਨਹੀਂ ਸੀ, ਕੋਈ ਬੰਦਾ ਹੀ ਨਹੀਂ। ਤਾਂ ਲੈਣ ਦੇਣ ਦਾ ਸਵਾਲ ਹੀ ਨਹੀਂ, ਨਾ ਕੋਈ ਲੈ ਰਿਹਾ ਸੀ ਨਾ ਕੋਈ ਦੇ ਰਿਹਾ ਸੀ।
ਨਾ ਹੀ ਕੋਈ ਰੱਬ ਨੂੰ ਇਹ ਕਹਿ ਰਿਹਾ ਸੀ ਰੱਬਾ ਮੇਰੀ ਲਾਟਰੀ ਕੱਢ ਤੇ ਫਿਰ ਮੈਂ ਸਵਾ ਦੇ ਪਤਾਸੇ ਚੜਾਂਗਾ, ਐਵੇਂ ਵੀ ਨਹੀਂ ਸੀ, ਕਿਉਂਕਿ ਹੈ ਹੀ ਨਹੀਂ ਸੀ, ਕੋਈ ਲੈਣ ਦੇਣ ਨਹੀਂ ਸੀ। फिर आपे जगत उपाया करता है, दान सबना को दिया। दान का मतलब बख्शिश, दाता। फिर प्रभु ने आप ही उपाया का मतलब पैदा किया, रचिया अपने आप को साकार कर लिया, आप संसार रूप हो गया। दान सबना को दिया, जीव जंत पैदा हो गए ते सारियां नूं फिर दातां दे दित्तियां। दातां जिहड़ियां दिस रहीआं ने, धरती है, चंद्रमा है, पौन पानी ने, हवा है, अग है, जां जो भी दिसता जगत है, ये सारा कुछ दे दिता, भाव इनू प्रगट कर दिता। आपे सेव बनाईयन गुरमुख, आपे अमृत पिया। सेव का मतलब रजा विच तुरना। गुरु दी राही प्रभु ने आप ही फिर इस सेवा की बनतर भी बनाई, यानी गुरु दे राही जो संसार विच जिंदगी जींदा है वो रब्बी रजा नूं समझदा है। गुरु नूं जरिया बनाया, ज्ञान नूं जरिया बनाया। आपे सेव बनाईयन गुरमुख, गुरु दी राही ये टहल सेवा दी बनतर बना दी। आपे अमृत पिया, ते उसने आप ही अमृत पीता, क्योंकि सर्व व्यापक है। गुरु दे राही जिसने इस बनतर नूं मान लिया, उन्हें फिर आत्मक देण वाला नाम जल पीता, भाव कि आत्मक जीवन जीविया गुरु दे जरिए। हुण अगे कहंदे ने गुरु दे दसे राह ते तुरिया फिर समझ आई, आप निरंकार, आकार है आपे, आपे करे सो थिया। निरंकार दा मतलब निराकार, जदों आकार नहीं सी, एक बार फिर अपनी सुरत नूं इकागर करके अपने मन विच सोचो कि जदों आ दिसता जगत नहीं सी, उदों पिछे की सी, निराकार सी। उहदे बारे असीं कुछ कह नहीं सकते कि वो किवें दा सी, क्योंकि आकार ही नहीं सी। वो भी वो आप ही है, निराकार भी आप है, आकार है आपे, ते आ जिहड़ा दिसता होया जगत है, ये भी वो आप ही है, वखरा नहीं है। ये नहीं भी निरंकार वखरा सी, आकार वखरा है। निर्गुण और सरगुण कट्ठे ही ने, किवें ने? निर्गुण सरगुण किवें ने कट्ठे? यह चीज थोड़ी जी समझण वाली है। एक कट्ठे कट्ठे चल रहे ने, किवें? जिवें मैं तुहानूं दिस रहा हां, मेरा शरीर दिस रहा है, तुहाडा शरीर दिस रहा है, ये तां हो गया सरगुण, दिसता होया स्वरूप। पर साडे अंदर गुण औगण, साडे अंदरला सिस्टम वो निर्गुण है, वो दिस नहीं रहा। जिस सिस्टम राही दिल धड़क रहा है, वो सिस्टम नहीं दिस रहा है सही। ਅਸੀਂ बोल रहे हैं ਉਹ सिस्टम दिस नहीं रहा, लेकिन है सही। साडे अंदर गुण है ने, दिस नहीं रहे। इसे तरह अदिसता जगत ये तो हो गया सरगुण, ते जेड़े अंदर ਇਹਦੇ नेम काम कर रहे ने वो हो गया निर्गुण। निर्गुण और सरगुण आप ही है, हुक्म रूप भी आप है, सकार भी आप है, निराकार भी आप है। आपे करे सो थिया, आप ही जो कुछ करदा है ਉਹੀ ਇਸ ਜਗਤ ਵਿੱਚ ਹੁੰਦਾ ਹੈ, ਸਾਡਾ ਕੀਤਾ ਕੁਝ ਨਹੀਂ ਹੁੰਦਾ ਹੈ। ਔਰ ਇਹ ਚੀਜ਼ਾਂ ਅਸੀਂ ਸਮਝ ਚੁੱਕੇ ਹਾਂ ਲੰਬੇ ਟਾਈਮ ਤੋਂ, ਕਿਉਂਕਿ ਜੋ ਕੁਝ ਹੋ ਰਿਹਾ ਹੈ ਹੁਕਮ ਵਿੱਚ, ਸਿਸਟਮ ਵਿੱਚ ਹੋ ਰਿਹਾ ਹੈ। ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਨਾ ਹੁਕਮ ਤੋਂ ਬਾਹਰ ਕੁਝ ਕੀਤਾ ਜਾ ਸਕਦਾ ਹੈ। ਤਾਂ ਉਹ ਆਪ ਹੀ ਨਿਰਾਕਾਰ ਹੈ, ਆਪ ਹੀ ਸਾਕਾਰ ਹੈ, ਉਹਦੇ ਹੁਕਮ ਦੇ ਅੰਦਰ ਹੀ ਸਾਰਾ ਕੁਝ ਹੁੰਦਾ ਹੈ। ਸ਼ਲੋਕ ਮਹਿਲਾ ਤੀਜਾ। गुरमुख प्रभ सेवह सद साचा, अंदिन सहज प्यार। अंदिन का मतलब हर रोज, सहज का मतलब सहज विच, ते प्यार का मतलब प्यार विच, यानी प्यार दे नाल। जो गुरमुख है, गुरु दे दसे राह ते तुरन वाला है, गुरु दी शरण विच पैण वाला है, ओदी जिंदगी, ओदी सोच, ओदा जीवन कैसा है? ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸੇਵੈ ਸਦ ਸਾਚਾ, ਸੱਚੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਸੱਚੇ ਦੀ ਰਜ਼ਾ ਵਿੱਚ ਤੁਰਦੇ ਨੇ। ਸੇਵਨ ਦਾ ਮਤਲਬ ਰਜ਼ਾ ਵਿੱਚ ਤੁਰਨਾ। ਅਨਦਿਨ ਸਹਿਜ ਪਿਆਰ, ਦਿਨ ਰਾਤ ਹਰ ਵੇਲੇ ਪਿਆਰ ਦੇ ਨਾਲ ਸਹਿਜ ਅਵਸਥਾ ਵਿੱਚ ਟਿਕ ਕੇ ਰੱਬੀ ਰਜ਼ਾ ਦੇ ਵਿੱਚ ਤੁਰਦੇ। ਭਾਵ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰਭੂ ਦੇ ਗੁਣਾਂ ਦਾ ਪਿਆਰ ਹੈ,
ਰੱਬੀ ਰਜਾ ਦੇ ਅੰਦਰ ਤੁਰ ਰਹੇ ਨੇ ਔਰ ਸਹਿਜ ਵਿੱਚ ਨੇ, ਭਾਵ ਕਿ ਮਨ, ਬਚਨ ਔਰ ਕਰਮ ਕਰਕੇ ਰਜਾ ਨੂੰ ਮੰਨ ਰਹੇ ਨੇ। ਇਹ ਨਹੀਂ ਕਿ ਮੇਰੇ ਵਾਂਗੂ ਜ਼ਬਾਨ ਤਾਂ ਚਲਾ ਰਹੇ ਨੇ ਪਰ ਅੰਦਰ ਪਿਆਰ ਨਹੀਂ ਹੈ, ਜ਼ਬਾਨ ਤੇ ਚਲਾ ਰਹੇ ਨੇ ਪਰ ਬਿਹੇਵੀਅਰ ਦੇ ਅੰਦਰ ਇਹ ਨਹੀਂ ਹੈ। ਰੱਬ ਦੇ ਪਿਆਰੇ, ਗੁਰੂ ਦੇ ਪਿਆਰੇ ਐਵੇਂ ਦੇ ਨਹੀਂ ਹੁੰਦੇ। ਗੁਰੂ ਦੇ ਜੋ ਪਿਆਰੇ ਨੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹ ਪਿਆਰ ਦੇ ਨਾਲ ਆਤਮਕ ਅਡੋਲਤਾ ਵਿੱਚ ਟਿਕ ਕੇ ਦਿਨ ਰਾਤ ਰੱਬੀ ਰਜਾ ਵਿੱਚ ਜੀਵਨ ਬਿਤਾਉਂਦੇ। ਤੇ ਉਹਨਾਂ ਦਾ ਰਿਜ਼ਲਟ ਕੀ ਨਿਕਲਦਾ ਇਸ ਚੀਜ਼ ਦਾ? ਸਦਾ ਆਨੰਦ ਗਾਵੇਂ ਗੁਣ ਸਾਚੇ, ਅਰਧ ਉਰਧ ਉਰਤਾਰ। ਸਦਾ ਆਨੰਦ ਦਾ ਮਤਲਬ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਗਾਵੇਂ ਗੁਣ ਸਾਚੇ ਦਾ ਮਤਲਬ ਸੱਚੇ ਦੇ ਗੁਣ ਗਾਉਂਦੇ ਨੇ, ਗੁਣਾਂ ਦੇ ਧਾਰਨੀ ਹੁੰਦੇ ਨੇ। ਅਰਧ ਉਰਧ, ਅਰਧ ਦਾ ਮਤਲਬ ਹੁੰਦਾ ਹੈ ਨੀਵਾਂ ਤੇ ਉਰਧ ਦਾ ਮਤਲਬ ਉੱਚਾ, ਯਾਨੀ ਨੀਵਾਂ ਔਰ ਉੱਚਾ ਮੀਨਸ ਹਰ ਥਾਂ ਤੇ, ਜਿਹੜਾ ਹਰ ਥਾਂ ਤੇ ਵਸਦਾ ਹੈ ਨੀਵੇਂ ਉੱਚੇ ਥਾਵਾਂ ਤੇ। ਉਰਤਾਰ, ਉਰ ਦਾ ਮਤਲਬ ਹਿਰਦਾ, ਧਾਰ ਦਾ ਮਤਲਬ ਧਾਰ ਕੇ। ਤਾਂ ਉਹ ਇਨਸਾਨ ਹਰ ਥਾਂ ਤੇ ਵਸਦੇ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ, ਸੋਚ ਵਿੱਚ ਵਸਾ ਕੇ ਸੱਚੇ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਨੇ, ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ। ਤੇ ਇਹਦਾ ਰਿਜ਼ਲਟ ਕੀ ਨਿਕਲਦਾ ਹੈ? ਸਦਾ ਆਨੰਦ। ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਜੋ ਸਰਵ ਵਿਆਪਕ ਪ੍ਰਭੂ ਨੂੰ ਆਪਣੀ ਸੋਚ ਦੇ ਅੰਦਰ ਵਸਾ ਕੇ ਸਦਾ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ, ਉਹ ਸਦਾ ਆਨੰਦ ਵਿੱਚ ਨੇ। ਤਾਂ ਦੇਖੋ ਕਿੰਨਾ ਸੌਖਾ ਸਾਧਨ ਹੈ ਨਾ। ਜੇ ਅਸੀਂ ਵੀ ਆਨੰਦ ਵਿੱਚ ਰਹਿਣਾ ਚਾਹੁੰਦੇ ਹਾਂ, ਅਸੀਂ ਵੀ ਖੁਸ਼ੀ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਣਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਮਨ, ਬਚਨ, ਕਰਮ ਕਰਕੇ ਗੁਣਾਂ ਦੇ ਧਾਰਨੀ ਹੋ ਜਾਓ, ਜੀਵਨ ਵਿੱਚ ਆਨੰਦ ਬਣਿਆ ਰਹੇਗਾ। ਅੰਤਰ ਪ੍ਰੀਤਮ ਵਸਿਆ, ਧੁਰ ਕਰਮ ਲਿਖਿਆ ਕਰਤਾਰ। ਹੁਣ ਧੁਰ ਕਰਮ ਲਿਖਿਆ ਕਰਤਾਰ, ਕਰਤਾਰ ਨੇ ਧੁਰ ਤੋਂ ਹੀ ਕਰਮ ਲਿਖਿਆ ਹੈ। ਤੇ ਕਰਮ ਕੀ ਲਿਖਿਆ ਹੈ? ਇਹ ਨਹੀਂ ਕਿ ਇੱਥੇ ਮੱਥੇ ਤੇ ਲਿਖਿਆ ਹੈ। ਧੁਰ ਤੋਂ ਕੀ ਲਿਖਿਆ ਹੋਇਆ ਹੈ? ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਸ਼ੁਰੂ ਤੋਂ ਹੀ ਇਹ ਚੀਜ਼ ਚੱਲੀ ਆ ਰਹੀ ਹੈ ਕਿ ਹੁਕਮ ਔਰ ਰਜ਼ਾ ਦੇ ਅੰਦਰ ਤੁਰਨਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਧੁਰੋਂ ਹੀ ਕਰਤਾਰ ਨੇ ਉਹਨਾਂ ਲਈ ਬਖਸ਼ਿਸ਼ ਦਾ ਫਰਮਾਨ ਲਿਖ ਦਿੱਤਾ ਹੈ, ਜਿਸ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਪਿਆਰਾ ਪ੍ਰਭੂ ਵਸਦਾ ਹੈ। ਉਹਨਾਂ ਦੇ ਅੰਦਰ ਪਿਆਰਾ ਪ੍ਰਭੂ ਵਸਦਾ ਹੈ। ਧੁਰ ਤੋਂ ਹੀ ਲੇਖ ਲਿਖਿਆ ਹੈ। ਧੁਰ ਤੋਂ ਦਾ ਮਤਲਬ ਸ਼ੁਰੂ ਤੋਂ। ਲੇਖ ਜੋ ਅਸੀਂ ਆਪਣੇ ਅੰਦਰ ਸੰਸਕਾਰ ਪੈਦਾ ਕੀਤੇ ਨੇ। ਹੁਣ ਦੇਖੋ ਅਸੀਂ ਆਪਣੇ ਅੰਦਰ ਲੇਖ ਕੈਸੇ ਲਿਖ ਰਹੇ ਹਾਂ? ਕ੍ਰੋਧ ਦੇ, ਬੁਰਾਈਆਂ ਦੇ, ਚੁਗਲੀਆਂ ਦੇ, ਨਿੰਦਾ ਫਰੇਬ ਦੇ। ਜਿਵੇਂ ਜਿਵੇਂ ਅਸੀਂ ਸੋਚਦੇ ਹਾਂ ਸਾਡਾ ਸੁਭਾਅ ਐਵੇਂ ਬਣੀ ਜਾਂਦਾ ਹੈ। ਤੇ ਜਿਨ੍ਹਾਂ ਨੇ ਐਵੇਂ ਦੀਆਂ ਸੋਚਾਂ ਬਣਾਈਆਂ ਨੇ, ਉਹਨਾਂ ਦਾ ਸੁਭਾਅ ਜਿੱਥੇ ਵੀ ਜਾਣਗੇ ਉਹ ਨਿੰਦਿਆ ਕਰਨਗੇ, ਚੁਗਲੀ ਕਰਨਗੇ, ਨੈਗੇਟਿਵਿਟੀ। ਉਹਨਾਂ ਨੂੰ ਕੋਈ ਨਾ ਕੋਈ ਦੋਸ਼ ਐਨ ਫਟਾਫਟ ਮਿੰਟ ਤੋਂ ਪਹਿਲਾਂ ਦੋਸ਼ ਲੱਭ ਲੈਣਗੇ, ਕਿਉਂਕਿ ਬਿਰਤੀ ਬਣ ਗਈ ਹੈ ਨਾ ਅੰਦਰ। ਤੇ ਕਈ ਲੋਕਾਂ ਦੀ ਸੋਚ ਐਵੇਂ ਦੀ ਬਣੀ ਹੁੰਦੀ, ਜਿੱਥੇ ਵੀ ਜਾਣ ਉਹਨਾਂ ਨੂੰ ਬੜਾ ਚੰਗਾ ਲੱਗਦਾ ਹੈ। ਉਹਨਾਂ ਨੂੰ ਕੋਈ ਬੰਦਾ ਮਾੜਾ ਨਹੀਂ ਲੱਗਦਾ, ਉਹਨਾਂ ਨੂੰ ਕੋਈ ਨਾ ਕੋਈ ਗੁਣ ਉਹਦੇ ਵਿੱਚ ਵੀ ਦਿਸ ਜਾਂਦਾ ਹੈ, ਕਿਉਂਕਿ ਸੁਭਾਅ ਬਣਾ ਲਿਆ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਐਸੇ ਇਨਸਾਨਾਂ ਨੇ ਅੰਦਰ ਆਪਣੇ ਸ਼ੁਰੂ ਤੋਂ ਹੀ ਪ੍ਰਭੂ ਦੇ ਗੁਣਾਂ ਦੇ ਲੇਖ ਲਿਖੇ ਹੁੰਦੇ ਨੇ। ਉਹਨਾਂ ਦੇ ਅੰਦਰ ਫਿਰ ਪ੍ਰੀਤਮ ਪਿਆਰਾ ਵਸ ਜਾਂਦਾ ਹੈ। ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ। ਉਸ ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ ਹੈ। ਨਾਨਕ ਆਪ ਮਿਲਾਇਨ ਦਾ ਮਤਲਬ ਆਪ ਹੀ ਮਿਲਾ ਲਿਆ ਹੈ। ਕਿਰਪਾ ਧਾਰ ਦਾ ਮਤਲਬ ਆਪ ਹੀ ਰਹਿਮਤ ਕਰਕੇ ਐਸੇ ਇਨਸਾਨਾਂ ਨੂੰ ਜੋ ਗੁਰੂ ਦਰਸਾਏ ਮਾਰਗ ਤੇ ਚੱਲਦੇ ਨੇ, ਜਿਨ੍ਹਾਂ ਨੇ ਆਪਣੇ ਅੰਦਰ ਚੰਗੇ ਸੰਸਕਾਰ ਪੈਦਾ ਕੀਤੇ ਨੇ, ਜੋ ਗੁਣਾਂ ਦੇ ਧਾਰਨੀ ਨੇ, ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ, ਐਸੇ ਇਨਸਾਨਾਂ ਨੂੰ ਰਹਿਮਤ ਕਰਕੇ ਪ੍ਰਭੂ ਫਿਰ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਤਾਂ ਸਾਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਕਿ ਅਸੀਂ ਰੱਬ ਵਿੱਚ ਮਿਲਣਾ ਹੈ, ਅਸੀਂ ਰੱਬ ਨੂੰ ਲੱਭਣਾ ਹੈ। ਸਾਨੂੰ ਚਿੰਤਾ ਕਰਨ ਦੀ ਇਹ ਲੋੜ ਹੈ ਕਿ ਅਸੀਂ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ। ਅਸੀਂ ਗੁਰਮਤ ਵਾਲੀ ਜ਼ਿੰਦਗੀ ਜੀਣੀ ਹੈ। ਅਸੀਂ ਆਪਣੇ ਆਪ ਨੂੰ ਸਵਾਰਨਾ ਹੈ। ਜਦੋਂ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗੇ, ਆਪਣੇ ਆਪ ਨੂੰ ਸਵਾਰਾਂਗੇ, ਰੱਬੀ ਰਜ਼ਾ ਵਿੱਚ ਤੁਰਾਂਗੇ, ਤਾਂ ਰੱਬ ਸਾਨੂੰ ਆਪ ਆਪਣੇ ਨਾਲ ਮਿਲਾ ਲੇਗਾ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਈ ਰਹੇ, ਸਭ ਜਗ ਤੇਰਾ ਹੋਏ। ਮਹਿਲਾ ਤੀਜਾ।
ਕਹੈ ਕਥੈ ਨਾ ਪਾਈਐ, ਆਂਦਿਨ ਰਹਿ ਸਦਾ ਗੁਣ ਗਾਏ। ਹੁਣ ਇੱਥੇ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਅਰਥ ਕਰ ਰਹੇ ਨੇ, ਮੈਂ ਸੇਮ ਉਹੀ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਕਹਿ ਦਾ ਮਤਲਬ ਕਹਿਣ ਨਾਲ, ਕਥਿਆ ਦਾ ਮਤਲਬ ਕਥਨ ਨਾਲ। ਕੇਵਲ ਕਹਿੰਦਿਆਂ ਤੇ ਕਥਦਿਆਂ ਪ੍ਰਭੂ ਨਹੀਂ ਮਿਲਦਾ, ਚਾਹੇ ਜੀਵ ਹਰ ਵੇਲੇ ਗੁਣ ਗਾਉਂਦਾ ਰਹੇ। ਦੇਖੋ, ਕਹਿ ਕਥਿਆ ਨਾ ਪਾਈਐ, ਆਂਦਿਨ ਰਹਿ ਸਦਾ ਗੁਣ ਗਾਏ। ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਨੇ, ਮੈਂ ਸੇਮ ਵਰਡਿੰਗ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਕੇਵਲ ਕਹਿੰਦਿਆਂ ਤੇ ਕਥਦਿਆਂ ਪ੍ਰਭੂ ਨਹੀਂ ਮਿਲਦਾ, ਜੀਵ ਚਾਹੇ ਹਰ ਵੇਲੇ ਗੁਣ ਗਾਉਂਦਾ ਰਹੇ। ਹੁਣ ਇੱਥੇ ਪ੍ਰੋਬਲਮ ਆਏਗੀ ਯਾਰ, ਗੁਣ ਦੇਖੋ ਦੋ ਗੱਲਾਂ ਨੇ। ਗੁਣਾਂ ਦੀ ਗੱਲ ਕਰੀ ਜਾਣੀ ਕਿ ਸੱਚ ਬੋਲਣਾ ਚਾਹੀਦਾ ਹੈ, ਦਇਆ ਕਰਨੀ ਚਾਹੀਦੀ ਹੈ, ਪ੍ਰੇਮ ਕਰਨਾ ਚਾਹੀਦਾ ਹੈ, ਇਨਸਾਨੀਅਤ ਵਾਲੀ ਜ਼ਿੰਦਗੀ ਜੀਣੀ ਚਾਹੀਦੀ ਹੈ। ਕਹੀਂ ਤੇ ਮੈਂ ਐਵੇਂ ਜਾਵਾਂ ਲੇਕਿਨ ਚੋਰੀਆਂ ਕਰਾਂ, ਲੋਕਾਂ ਨਾਲ ਨਫ਼ਰਤ ਕਰਾਂ, ਕਰੈਕਟਰਲੈਸ ਹੋਵਾਂ, ਲੋਕਾਂ ਦੀਆਂ ਚੁਗਲੀਆਂ ਕਰਾਂ, ਤਾਂ ਫਿਰ ਜ਼ਬਾਨੀ ਗੱਲਾਂ ਦਾ ਤੇ ਕੋਈ ਫਾਇਦਾ ਨਾ ਹੋਵੇ। ਯਾਨੀ ਕੇਵਲ ਜ਼ਬਾਨ ਨਾਲ ਗੱਲਾਂ ਕਰਨ ਦੇ ਨਾਲ, ਜ਼ਬਾਨੀ ਗੱਲਾਂ ਕਰਨ ਨਾਲ ਪ੍ਰਭੂ ਨੂੰ ਨਹੀਂ ਪਾਇਆ ਜਾਂਦਾ, ਪਾਇਆ ਨਹੀਂ ਜਾਏਗਾ ਜਦੋਂ ਤੱਕ ਅਸੀਂ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਾਂਗੇ। ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ, ਰਜਾ ਦੇ ਵਿੱਚ ਤੁਰਨ ਦੀ ਜ਼ਰੂਰਤ ਹੈ। ਜੇ ਅਸੀਂ ਹੁਣ ਕਹੀਏ ਕਿ ਰੱਬੀ ਰਜਾ ਵਿੱਚ ਤੁਰਨਾ ਚਾਹੀਦਾ ਤੇ ਤੁਰੀਏ ਨਾ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ ਹੈ, ਤੇ ਅਸੀਂ ਸਾਰੇ ਕਹਿ ਰਹੇ ਹਾਂ ਕਿ ਗੁਰਬਾਣੀ ਅਨੁਸਾਰ ਜੀਵਨ ਚਾਹੀਦਾ ਹੈ, ਗੁਰੂ ਦੀ ਬਾਣੀ ਮੰਨਣੀ ਚਾਹੀਦੀ ਹੈ, ਗੁਰੂ ਦੀ ਪਾਵਨ ਬਾਣੀ ਤੇ ਅਮਲ ਕਰਨਾ ਚਾਹੀਦਾ ਹੈ, ਕਹਿ ਰਹੇ ਹਾਂ ਨਾ, ਪਰ ਕਰ ਕਿੰਨੇ ਕਰ ਰਹੇ ਨੇ? ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਨਿਰਾ ਕਹੋ ਨਾ, ਉਹਨੂੰ ਇੰਪਲੀਮੈਂਟ ਕਰੋਗੇ ਤਾਂ ਰਿਜ਼ਲਟ ਨਿਕਲੇਗਾ। ਵਿਣ ਕਰਮੈ ਕਿਨੇ ਨਾ ਪਾਇਓ, ਭੌਂਕ ਮੂਏ ਬਿਲ ਲਾਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੱਬੀ ਬਖਸ਼ਿਸ਼ ਤੋਂ ਬਿਨਾਂ ਕਦੇ ਵੀ ਕਿਸੇ ਨੇ ਨਹੀਂ ਪਾਇਆ, ਗੱਲਾਂ ਬਾਤਾਂ ਨਾਲ ਨਹੀਂ ਪਾਇਆ। ਭੌਂਕ ਮੂਏ ਬਿਲ ਲਾਏ, ਮੂਏ ਦਾ ਮਤਲਬ ਆਤਮਕ ਮੌਤ ਤੇ ਮਰ ਗਏ, ਬਿਲ ਲਾਏ ਦਾ ਮਤਲਬ ਵਿਲਕ ਵਿਲਕ ਕੇ, ਤੇ ਭੌਂਕ ਨੂੰ ਤੁਸੀਂ ਸਮਝਦੇ ਹੋ। ਹੁਣ ਅਸੀਂ ਇਹ ਨਹੀਂ ਕਹਿੰਦੇ ਵੀ ਗਾਂ ਭੌਂਕਦੀ ਹੈ, ਗਾਂ ਰੰਬਦੀ ਹੈ, ਗਾਂ ਰੰਬਦੀ ਹੈ ਕਹਿ ਦਿੰਦੇ ਨੇ, ਜਾਂ ਕਾਂ, ਅਸੀਂ ਇਹ ਨਹੀਂ ਕਹਿੰਦੇ ਕਾਂ ਭੌਂਕਦਾ ਹੈ, ਕਾਂ ਬੋਲਦਾ ਹੈ, ਕਾਂ ਕਾਂ ਕਰਦਾ ਹੈ। ਕੋਇਲ ਭੌਂਕਦੀ ਹੈ ਨਾ, ਅਸੀਂ ਕਹਿੰਦੇ ਕੋਇਲ ਕੂਕਦੀ ਹੈ। ਭੌਂਕਦਾ ਕੌਣ ਹੈ? ਇਸੇ ਤਰ੍ਹਾਂ ਮਿਊਟ ਰਹਿ ਕੇ ਹੀ ਬੋਲੋਗੇ, ਮੈਂ ਸਮਝ ਜਾਵਾਂਗਾ ਭੌਂਕਦਾ ਕੌਣ ਹੈ। ਕੁੱਤਾ, ਕੁੱਤਾ ਭੌਂਕਦਾ ਨਾ, ਕਿਉਂਕਿ ਹਰ ਇੱਕ ਜੀਵ ਦੀ ਨਾਲ ਜੁੜੀਆਂ ਨੇ ਕੁਝ ਚੀਜ਼ਾਂ। ਤਾਂ ਗੁਰੂ ਜੀ ਕਹਿੰਦੇ ਨੇ ਵਿਣ ਕਰਮੈ ਕਿਨੇ ਨਾ ਪਾਇਓ, ਭੌਂਕ ਮੂਏ ਬਿਲ ਲਾਏ। ਰੱਬੀ ਬਖਸ਼ਿਸ਼ ਤੋਂ ਬਿਨਾ ਕਦੇ ਕਿਸੇ ਨੇ ਪਾਇਆ ਨਹੀਂ। ਬਹੁਤ ਸਾਰੇ ਲੋਕ ਕੁੱਤੇ ਤਰ੍ਹਾਂ ਭੌਂਕ ਭੌਂਕ ਕੇ, ਵਿਲਕ ਵਿਲਕ ਕੇ ਆਤਮਕ ਮੌਤ ਤੇ ਮਰ ਗਏ ਨੇ ਔਰ ਮਰ ਜਾਂਦੇ ਨੇ, ਲੇਕਿਨ ਪਾਇਆ ਨਹੀਂ ਜਾਂਦਾ। ਬਖਸ਼ਿਸ਼ ਦਾ ਮਤਲਬ ਰੱਬੀ ਰਜ਼ਾ ਦੇ ਵਿੱਚ ਤੁਰੇ ਔਰ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰੇ, ਤਾਂ ਉਹ ਬੰਦਾ ਰੱਬ ਦੀ ਰਹਿਮਤ ਬਖਸ਼ਿਸ਼ ਦਾ ਪਾਤਰ ਬਣ ਕੇ ਰੱਬ ਵਿੱਚ ਲੀਨ ਹੋ ਜਾਂਦਾ ਹੈ। ਤੇ ਜੇ ਕੇਵਲ ਗੱਲਾਂ ਹੀ ਨੇ, ਤਾਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਥਾਂ ਪਰ ਥਾਂ ਤੇ ਕਿਹਾ ਹੈ, ਗੱਲਾਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁਦਾਂ ਕਾਲੀਆਂ, ਬਾਹਰ ਚਿਟਵੀਆਂ। ਆਮ ਪੰਜਾਬੀ ਦੀ ਕਹਾਵਤ ਹੈ ਨਾ, ਗੱਲੀ ਬਾਤੀ ਮੈਂ ਵੱਡੀ, ਕਰਤੂਤੀ ਵੱਡੀ ਜਠਾਣੀ। ਤੇ ਗੱਲਾਂ ਬਾਤਾਂ ਨੂੰ ਮੈਂ ਸ਼ੇਰ ਹਾਂ ਤੇ ਕੰਮਾਂ ਕਰਕੇ ਜਠਾਣੀ ਠੀਕ। ਗੱਲੀ ਜੋਗ ਨਾ ਹੋਈ, ਗੱਲਾਂ ਦੇ ਨਾਲ ਜੋਗ ਨਹੀਂ ਹੁੰਦਾ। ਇਸੇ ਤਰ੍ਹਾਂ ਰੱਬੀ ਬਖਸ਼ਿਸ਼ ਤੋਂ ਬਿਨਾਂ ਨਿਰੀਆਂ ਗੱਲਾਂ ਦੇ ਨਾਲ ਕੇਵਲ ਜ਼ਿੰਦਗੀ ਦੇ ਅੰਦਰ ਦੁੱਖ ਮਿਲਦੇ ਨੇ। ਗੁਰ ਕੈ ਸ਼ਬਦ ਮਨ ਤਨ ਭਿੱਜੈ, ਆਪ ਵਸੈ ਮਨ ਆਏ। ਹੁਣ ਸੋਲੂਸ਼ਨ ਦੱਸ ਰਹੇ ਨੇ। ਗੁਰ ਕੈ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਨਾਲ, ਉਪਦੇਸ਼ ਨਾਲ ਮਨ ਤਨ ਭਿੱਜੈ। ਜੇ ਮਨ ਵੀ ਭਿੱਜ ਜਾਏ, ਤਨ ਵੀ ਭਿੱਜ ਜਾਏ ਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਗਿਆਨ ਵਿੱਚ। ਯਾਨੀ ਮਨ ਔਰ ਤਨ ਕਰਕੇ ਜੇ ਬੰਦਾ ਗੁਰੂ ਗਿਆਨ ਮੁਤਾਬਕ ਕਰਮ ਕਰੇ, ਸੋਚ ਵੀ ਗੁਰਮਤ ਵਾਲੀ ਹੋਵੇ, ਬਿਹੇਵੀਅਰ ਵੀ ਗੁਰਮਤ ਵਾਲਾ ਹੋਵੇ, ਫਿਰ ਕੀ ਹੋਏਗਾ? ਆਪ ਵਸੈ ਮਨ ਆਏ। ਫਿਰ ਆਪ ਰੱਬ ਮਨ ਵਿੱਚ ਆ ਕੇ ਵਸ ਪੈਂਦਾ।
ਉਸ ਬੰਦੇ ਦੇ ਮਨ ਵਿੱਚ ਫਿਰ ਪ੍ਰਭੂ ਆਪ ਪ੍ਰਗਟ ਹੋ ਜਾਂਦਾ ਹੈ, ਆਪ ਆ ਵਸਦਾ ਹੈ। ਤਾਂ ਉਹਦੇ ਵਾਸਤੇ ਮੈਥਡ ਕੀ ਹੈ? ਗੁਰ ਕੈ ਸ਼ਬਦ ਮਨ ਤਨ ਭਿੱਜੈ, ਗੁਰੂ ਦੇ ਸ਼ਬਦ ਨਾਲ ਹੀ ਮਨ ਤੇ ਤਨ ਭਿੱਜਦਾ ਹੈ ਔਰ ਪ੍ਰਭੂ ਆਣ ਕੇ ਵਸਦਾ ਹੈ। ਤਾਂ ਮੇਨ ਚੀਜ਼ ਕੀ ਹੋਈ? ਗੁਰੂ ਦਾ ਸ਼ਬਦ। ਗੁਰੂ ਦੇ ਸ਼ਬਦ ਦਾ ਮਤਲਬ ਗੁਰੂ ਦੀ ਫਿਲਾਸਫੀ, ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦੀ ਦਿੱਤੀ ਜੀਵਨ ਜੁਗਤ। ਜਦੋਂ ਬੰਦਾ ਕੋਈ ਗੁਰੂ ਦੇ ਜੀਵਨ ਜੁਗਤ ਨੂੰ ਅਪਣਾ ਲੈਂਦਾ ਹੈ ਮਨ ਤਨ ਕਰਕੇ, ਉਦੋਂ ਰੱਬ ਆ। ਨਾਨਕ ਨਦਰੀ ਪਾਈ ਹੈ ਆਪੇ ਲੈ ਮਿਲਾਏ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ ਤੇ ਆਪ ਹੀ ਜੀਵਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਆਪ ਮਿਲਾ ਲੈਂਦਾ ਹੈ। ਸਾਨੂੰ ਮਿਲਣ ਦੀ ਲੋੜ ਨਹੀਂ ਪੈਣੀ, ਆਪ ਮਿਲਾ ਲਏਗਾ। ਕਦੋਂ? ਜਦੋਂ ਕਿਰਪਾ ਨੂੰ ਪਾ ਲਵਾਂਗੇ, ਅਸੀਂ ਕਿਰਪਾ ਦੇ ਪਾਤਰ ਬਣ ਜਾਵਾਂਗੇ, ਰੱਬੀ ਰਜ਼ਾ ਵਿੱਚ ਤੁਰੋਗੇ, ਉਹ ਆਪ ਤੁਹਾਨੂੰ ਆਪਣੇ ਅੰਦਰ ਮਿਲਾ ਲਏਗਾ। ਪੌੜੀ। ਆਪੇ ਵੇਦ ਪੁਰਾਣ ਸਭ ਸ਼ਾਸਤਰ, ਆਪ ਕਥੈ ਆਪ ਭੀਜੈ। ਹੁਣ ਵੇਦ ਪੁਰਾਣ ਸ਼ਾਸਤਰ ਜੋ ਪੜ੍ਹ ਰਹੇ ਨੇ, ਉਹਨਾਂ ਸਾਰਿਆਂ ਦੇ ਵਿੱਚ ਵੀ ਪ੍ਰਭੂ ਆਪ ਵਸ ਰਿਹਾ ਹੈ, ਕਿਉਂਕਿ ਸਰਬ ਵਿਆਪਕਤਾ ਦਰਸਾ ਰਹੇ ਨੇ, ਹੈ ਸਭ ਦੇ ਅੰਦਰ ਉਹੀ ਹੈ। ਯਾਨੀ ਜਿੰਨੇ ਵੀ ਵੇਦ ਨੇ, ਪੁਰਾਣ ਨੇ, ਸ਼ਾਸਤਰ ਨੇ, ਇਹਨਾਂ ਨੂੰ ਪੜ੍ਹਨ ਵਾਚਨ ਵਾਲੇ ਨੇ, ਉਹਨਾਂ ਦੇ ਵਿੱਚ ਆਪ ਵਸ ਰਿਹਾ ਹੈ। ਆਪ ਕਥੈ ਆਪ ਭੀਜੈ, ਆਪ ਬੋਲ ਰਿਹਾ ਹੈ ਔਰ ਆਪ ਹੀ ਪ੍ਰਸੰਨ ਹੋ ਰਿਹਾ ਹੈ। ਯਾਨੀ ਵਕਤੇ ਵਿੱਚ ਵੀ ਔਰ ਪ੍ਰਸੰਨ ਹੋਣ ਵਾਲੇ ਵਿੱਚ ਵੀ ਪ੍ਰਭੂ ਆਪ ਹੈ। ਇਹ ਗੱਲ ਵੱਖਰੀ ਹੈ ਕਿ ਹੁਣ ਵਕਤਾ ਇਸ ਚੀਜ਼ ਨੂੰ ਸਮਝੇ ਹੀ ਨਾ, ਮੇਰੇ ਅੰਦਰ ਰੱਬ ਤਾਂ ਹੈ, ਮੈਂ ਇਨਕਾਰ ਨਹੀਂ ਕਰ ਸਕਦਾ ਕਿ ਨਹੀਂ ਹੈ, ਪਰ ਮੈਨੂੰ ਪਤਾ ਹੀ ਨਾ ਹੋਵੇ, ਮੈਨੂੰ ਪਤਾ ਹੀ ਨਾ ਹੋਵੇ ਔਰ ਮੈਂ ਅੰਦਰ ਵਸਤੇ ਨੂੰ ਜਾਣਾ ਹੀ ਨਾ, ਉਹਦੀ ਆਵਾਜ਼ ਨੂੰ ਬਾਹਰ ਆਣ ਹੀ ਨਾ ਦੇਵਾਂ, ਇਹ ਤਾਂ ਹੁਣ ਮੇਰੇ ਤੇ ਡਿਪੈਂਡ ਕਰੇਗਾ ਨਾ। ਸਰੋਤਾ ਹੈ, ਸਰੋਤੇ ਨੂੰ ਪਤਾ ਹੈ ਕਿ ਮੇਰੇ ਵਿੱਚ ਰੱਬ ਵਸਦਾ ਹੈ ਔਰ ਹੈ, ਲੇਕਿਨ ਉਹਨੂੰ ਪਤਾ ਹੀ ਨਾ ਹੋਵੇ ਔਰ ਉਹ ਰੱਬ ਦੀ ਗੱਲ ਨੂੰ ਸੁਣਨਾ ਹੀ ਨਾ ਚਾਹੇ, ਸੱਚ ਨੂੰ ਸੁਣਨਾ ਹੀ ਨਾ ਚਾਹੇ, ਤਾਂ ਹੁਣ ਉਹਦੀ ਆਪਣੀ ਮਰਜ਼ੀ ਹੈ ਨਾ। ਵੇਦ ਸ਼ਾਸਤਰ ਪੜ੍ਹਨ ਵਾਲਿਆਂ ਦੇ ਵਿੱਚ ਰੱਬ ਤੇ ਹੈ, ਲੇਕਿਨ ਉਸ ਰੱਬ ਨੂੰ ਜਾਣਨ ਹੀ ਨਾ, ਉਹਨੂੰ ਅੰਦਰੋਂ ਪ੍ਰਗਟ ਕਰਨ ਹੀ ਨਾ, ਕਰਮ ਕਾਂਡਾਂ ਵਿੱਚ ਪੈ ਰਹਿਣੇ, ਤੇ ਉਹਨਾਂ ਦੀ ਮਰਜ਼ੀ ਹੈ। ਤਾਂ ਉਹ ਸਰਬ ਵਿਆਪਕ ਹੈ। ਵੇਦ ਸ਼ਾਸਤਰ ਪੁਰਾਣ ਪੜ੍ਹਨ ਸੁਣਨ ਵਾਲਿਆਂ ਵਿੱਚ ਆਪ ਉਵਸਥਾ ਹੈ। ਆਪੇ ਹੀ ਬਹਿ ਪੂਜੇ ਕਰਤਾ, ਆਪ ਪਰਪੰਚ ਕਰੀਜੈ। ਜੋ ਆਪ ਬੈਠ ਕੇ ਪੂਜਾ ਕਰ ਰਹੇ ਨੇ, ਉਹਨਾਂ ਦੇ ਵਿੱਚ ਪ੍ਰਭੂ ਆਪ ਵਸ ਰਿਹਾ ਹੈ। ਆਪ ਪਰਪੰਚ ਕਰੀਜੇ, ਤੇ ਆਪ ਹੀ ਇਹ ਸਾਰਾ ਸੰਸਾਰ ਦਾ ਪਸਾਰਾ ਖਿਲਾਰ ਰਿਹਾ ਹੈ, ਬਣਾ ਰਿਹਾ ਹੈ, ਭਾਵ ਕਿ ਆਪ ਸਰਬ ਵਿਆਪਕ ਹੈ। ਆਪ ਪਰਵਿਰਤ, ਆਪ ਨਿਰਵਿਰਤੀ। ਪਰਵਿਰਤ ਦਾ ਮਤਲਬ ਜਗਤ ਦੇ ਅੰਦਰ ਰੁੱਝਿਆ ਹੋਇਆ ਕਰਮ ਕਰਨ ਵਾਲਾ, ਤੇ ਨਿਰਵਿਰਤ ਕਹਿੰਦੇ ਨੇ ਵੱਖਰਾ ਰਹਿਣ ਵਾਲਾ, ਤਿਆਗੀ। ਦੋ ਤਰ੍ਹਾਂ ਦੇ ਲੋਕ ਨੇ ਨਾ, ਪਰਵਿਰਤੀ ਔਰ ਨਿਰਵਿਰਤੀ। ਪਰਵਿਰਤੀ ਉਹ ਨੇ ਜੋ ਸੰਸਾਰ ਦੇ ਕੰਮਕਾਰਾਂ ਦੇ ਵਿੱਚ ਰੁੱਝੇ ਨੇ, ਕਿਰਤਕਾਰ ਕਰ ਰਹੇ ਨੇ, ਤੇ ਨਿਰਵਿਰਤੀ ਉਹ ਨੇ ਜੋ ਛੱਡ ਛਡਾ ਕੇ ਚਲੇ ਗਏ। ਗੁਰੂ ਜੀ ਨੇ ਪਰਵਿਰਤੀ ਮਾਰਗ ਨੂੰ ਅਪਣਾਇਆ ਹੈ। ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ, ਬਲ ਰਾਮ ਜੀਓ। ਪਰਵਿਰਤੀ ਕਰਮ ਦਾ ਮਤਲਬ ਸੰਸਾਰ ਅੰਦਰ ਰਹਿ ਕੇ ਕਿਰਤਕਾਰ ਕਰਨੀ। ਕੁਛ ਉਹ ਨੇ ਜੋ ਸੰਸਾਰ ਨੂੰ ਛੱਡ ਗਏ ਨੇ। ਹੁਣ ਗੁਰੂ ਜੀ ਕਹਿੰਦੇ ਨੇ ਆਪ ਇਹਨਾਂ ਦੋਵਾਂ ਦੇ ਵਿੱਚ, ਜੋ ਛੱਡ ਕੇ ਭੱਜ ਰਿਹਾ ਹੈ ਉਹਦੇ ਵਿੱਚ ਵੀ ਉਹ ਹੈ, ਤੇ ਜੋ ਗ੍ਰਸਤ ਵਿੱਚ ਵਿਚਰ ਰਿਹਾ ਹੈ ਉਹਦੇ ਵਿੱਚ ਵੀ ਇਹ ਹੈ। ਇਹ ਗੱਲ ਵੱਖਰੀ ਹੈ ਕਿ ਦੋਵੇਂ ਜਾਣਨ ਜਾਂ ਨਾ ਜਾਣਨ। ਆਪੇ ਅਕਥ ਕਥੀਜੈ, ਆਪ ਹੀ ਆਪਣਾ ਆਪਾ ਬਿਆਨ ਕਰਦਾ ਹੈ। ਅਕਥ ਦਾ ਮਤਲਬ ਆਪ ਅਕਥ ਹੈ, ਅਸੀਂ ਉਹਨੂੰ ਕਥ ਨਹੀਂ ਸਕਦੇ। ਕਥੀਜੇ ਦਾ ਮਤਲਬ ਉਹ ਆਪਣੇ ਆਪ ਨੂੰ ਆਪ ਹੀ ਬਿਆਨ ਕਰ ਸਕਦਾ ਹੈ, ਅਸੀਂ ਨਹੀਂ ਬਿਆਨ ਕਰ ਸਕਦੇ, ਉਹਦਾ ਅੰਤ ਅਸੀਂ ਨਹੀਂ ਪਾ ਸਕਦੇ। ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਵਰਤੀਜੈ। ਆਪ ਹੀ ਪੁੰਨ ਦਾ ਮਤਲਬ ਜੋ ਲੋਕ ਪੁੰਨ ਆਦਿ ਕਰਮ ਕਰ ਰਹੇ ਨੇ, ਉਹਨਾਂ ਦੇ ਅੰਦਰ ਆਪ ਹੀ ਹੈ, ਉਹ ਵੀ ਰੱਬੀ ਹੁਕਮ ਦੇ ਅੰਦਰ ਹੀ, ਸਿਸਟਮ ਦੇ ਅੰਦਰ ਹੀ ਚੱਲ ਰਹੇ ਨੇ। ਆਪ ਅਲਿਪਤ ਵਰਤੀਜੈ, ਲੇਕਿਨ ਆਪ ਸੰਸਾਰ ਤੋਂ ਅਲੇਪ ਹੈ, ਇਹਨਾਂ ਕਰਮਾਂ ਤੋਂ ਬਿਲਕੁਲ ਉੱਤੇ ਹੈ। ਆਪੇ ਸੁਖ ਦੁੱਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ। ਆਪ ਹੀ ਬਖਸ਼ਿਸ਼ ਕਰਦਾ ਹੈ, ਆਪ ਹੀ ਸੁਖ ਔਰ ਦੁੱਖ ਦਿੰਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਰੱਬ ਸਰਬ ਵਿਆਪਕ ਹੈ,
ਹਰ ਇੱਕ ਦੇ ਅੰਦਰ ਉਹ ਵਸਦਾ ਹੈ, ਚਾਹੇ ਕੋਈ ਪੁੰਨੀ ਹੈ ਚਾਹੇ ਕੋਈ ਪਾਪੀ ਹੈ, ਹਰ ਇੱਕ ਦੇ ਅੰਦਰ ਵਸਦਾ ਹੈ। ਯਾਨੀ ਪੋਸਿਬਿਲਿਟੀ ਹੈ ਹਰ ਇਨਸਾਨ ਦੇ ਅੰਦਰ ਕਿ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇ ਤਾਂ ਉਹ ਰੱਬ ਵਰਗਾ ਬਣ ਕੇ ਜੀ ਸਕਦਾ ਹੈ। ਇਹ ਪੋਸਿਬਿਲਿਟੀ ਸਾਰਿਆਂ ਦੇ ਅੰਦਰ ਹੈ। ਇਸ ਸੰਸਾਰ ਦੇ ਅੰਦਰ ਪ੍ਰਭੂ ਦਾ ਹੁਕਮ ਹੈ। ਹੁਕਮ ਰਜ਼ਾ ਪਾਣਾ ਮੀਨਸ ਹਰ ਚੀਜ਼ ਸਿਸਟਮ ਦੇ ਅੰਦਰ ਹੈ, ਸਿਸਟਮ ਤੋਂ ਬਾਹਰ ਕੁਝ ਨਹੀਂ ਹੈ। ਉਹਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਤਾਂ ਉਹ ਵੀ ਹੁਕਮ ਵਿੱਚ ਚੱਲ ਕੇ ਹੀ ਹੋਵੇਗੀ। ਔਰ ਸੁੱਖ ਤੇ ਦੁੱਖ ਇਹ ਵੀ ਦੋਵੇਂ ਹੁਕਮ ਦੇ ਅੰਦਰ ਨੇ, ਸਿਸਟਮ ਦੇ ਵਿੱਚ ਨੇ। ਇੱਕ ਸਿਸਟਮ ਨੂੰ ਤੁਸੀਂ ਫੋਲੋ ਕਰੋਗੇ ਤੇ ਸੁੱਖ ਪੈਦਾ ਹੋਏਗਾ, ਦੂਜੇ ਨੂੰ ਫੋਲੋ ਕਰੋਗੇ ਤੇ ਦੁੱਖ ਪੈਦਾ ਹੋਏਗਾ। ਹੁਣ ਤੁਹਾਡੀ ਮਰਜ਼ੀ ਹੈ, ਜ਼ਮੀਨ ਦੇ ਵਿੱਚ ਖਰਬੂਜੇ ਬੀਜ ਦਿਓ ਜਾਂ ਤੁੰਮੇ ਬੀਜ ਦਿਓ। ਜ਼ਮੀਨ ਨੇ ਫਸਲ ਪੈਦਾ ਕਰ ਦੇਣੀ। ਖਰਬੂਜੇ ਬੀਜੋਗੇ ਤੇ ਖਰਬੂਜੇ ਮਿੱਠੇ ਨੇ, ਤੇ ਤੁੰਮੇ ਬੀਜੋਗੇ ਤੇ ਤੁੰਮੇ ਕੌੜੇ ਨੇ। ਹੁਣ ਜੇ ਕੋਈ ਕਹੇ ਯਾਰ ਉਹ ਮੈਂ ਤੇ ਤੁੰਮੇ ਬੀਜੇ ਸੀ, ਇੰਨੀ ਖਾਦ ਵੀ ਪਾਈ, ਇੰਨਾ ਪਾਣੀ ਵੀ ਦਿੱਤਾ, ਤੇ ਜ਼ਮੀਨ ਨੇ ਫਿਰ ਇਹ ਕੌੜੇ ਪੈਦਾ ਕੀਤੇ ਨੇ, ਤਾਂ ਇਹ ਤਾਂ ਸਿਸਟਮ ਹੈ ਭਾਈ। ਤੁੰਮੇ ਦੇ ਅੰਦਰ ਕੁੜੱਤਣ ਹੈ ਤੇ ਉਹ ਚ ਕੁੜੱਤਣ ਹੀ ਪੈਦਾ ਹੋਊ। ਜੇ ਇੱਕ ਬਾਗ ਦੇ ਵਿੱਚ ਨਿੰਮ ਵੀ ਲੱਗੀ, ਅੰਬ ਵੀ, ਤਾਂ ਸਿਸਟਮ ਹੈ ਕਿ ਨਿੰਮ ਦੇ ਵਿੱਚ ਪੈਦਾ ਹੀ ਕੁੜੱਤਣ ਹੋਣੀ ਹੈ। ਸਿਸਟਮ ਹੀ ਹੈ ਨਾ, ਉਹਦੇ ਬੀਜ ਦੇ ਵਿੱਚ ਉਹ ਸਿਸਟਮ ਹੀ ਉਸ ਟਾਈਪ ਹੈ। ਇਸੇ ਤਰ੍ਹਾਂ ਸੁੱਖ ਔਰ ਦੁੱਖ ਦੇ ਵੀ ਸਿਸਟਮ ਨੇ। ਜੇ ਸੁੱਖਾਂ ਵਾਲੀ ਜ਼ਿੰਦਗੀ ਜੀਵੋਗੇ ਤਾਂ ਸੁੱਖ ਪੈਦਾ ਹੋਣਗੇ, ਤੇ ਜੇ ਭਾਈ ਮਾੜੇ ਕਰਮ ਕਰੋਗੇ ਤਾਂ ਦੁੱਖ ਪੈਦਾ ਹੋਣਗੇ। ਸਾਰਾ ਕੁਝ ਰੱਬੀ ਰਜ਼ਾ ਦੇ ਅੰਦਰ ਹੈ। ਰੱਬ ਸਰਵ-ਵਿਆਪਕ ਹੈ। ਇਹਦੀ ਸਮਝ ਸਾਨੂੰ ਗੁਰੂ ਦੇ ਗਿਆਨ ਰਾਹੀਂ ਆਉਂਦੀ ਹੈ। ਜੇ ਅਸੀਂ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਫਿਰ ਸਾਡੇ ਅੰਦਰ ਕਾਮਨ ਸੈਂਸ ਪੈਦਾ ਹੁੰਦੀ ਹੈ, ਵਿਵੇਕ ਬੁੱਧ ਪੈਦਾ ਹੁੰਦੀ ਹੈ। ਅਸੀਂ ਇਸ ਅਸਲੀਅਤ ਨੂੰ ਸਮਝਦੇ ਹਾਂ। ਅਸਲੀਅਤ ਮੁਤਾਬਕ ਜ਼ਿੰਦਗੀ ਜੀ ਕੇ ਬੰਦਾ ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਇਹ ਪੋਸਿਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਇਹਨਾਂ ਦੁੱਖਾਂ ਤੋਂ, ਵਿਕਾਰਾਂ ਤੋਂ, ਬੰਧਨਾਂ ਤੋਂ ਆਜ਼ਾਦ ਹੋ ਸਕਦਾ ਹੈ। ਪਰ ਜੇ ਸੱਚ ਨੂੰ ਛੱਡ ਕੇ ਅਗਿਆਨਤਾ ਭਰੇ ਕਰਮ ਕਰੇਗਾ ਤਾਂ ਫਿਰ ਇਹਦੇ ਰਿਸ਼ਤੇ, ਨਾਤੇ, ਕਰਮ, ਧਰਮ ਸਾਰੇ ਦੇ ਸਾਰੇ ਬੰਧਨ ਬਣ ਜਾਣਗੇ, ਔਰ ਆਪਣੀ ਜ਼ਿੰਦਗੀ ਦੇ ਅੰਦਰ ਦੁੱਖਾਂ ਦੇ ਵਿੱਚ ਵਿਲਕਦਾ ਹੋਇਆ ਆਤਮਿਕ ਮੌਤ ਤੇ ਮਰ ਜਾਏਗਾ। ਵਾਹਿਗੁਰੂ ਰਹਿਮਤ ਕਰੇ। ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਵਿਚਾਰੀਏ, ਔਰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਤਾਂ ਅੱਜ ਦੇ ਵਿਚਾਰ ਦੀ ਸਮਾਪਤੀ ਇੱਥੇ ਕਰਦੇ ਹਾਂ। ਅੱਜ ਦੀ ਇਸ ਵਿਚਾਰ ਵਿੱਚ